ਬੰਦੀ ਛੋੜ ਦਿਵਸ ਬਾਰੇ ਜਾਣੀਏ। ਜੀ। ਕਿਉਂਕਿ ਬੰਦੀ ਛੋੜ ਦਿਵਸ ਜਿਹੜਾ ਹੈ ਉਹ ਦੀਵਾਲੀ ਦੇ ਨਾਲ ਓਵਰਲੈਪ ਕਰਦਾ ਹੈ ਤੇ ਸੋ ਕਈ ਕਿਸਮ ਦੀਆਂ ਕਨਸੈਪਸ਼ਨਸ ਮਿਸਕਨਸੈਪਸ਼ਨਸ ਐਗਜ਼ਿਸਟ ਕਰਦੀਆਂ ਨੇ। ਸੋ ਉਸ ਦੀ ਜਿਹੜੀ ਇੱਕ ਕਰੈਕਟ ਹਿਸਟਰੀ ਜਾਣਨਾ ਹੈ ਉਹ ਸਾਡੇ ਵਾਸਤੇ ਜ਼ਰੂਰੀ ਹੈ ਕਿ ਬੰਦੀ ਛੋੜ ਦਿਵਸ ਅਸਲ 'ਚ ਹੈ ਕੀ। ਤੇ ਸਾਡੇ ਪਾਸ ਅੱਜ ਕੈਲਗਰੀ ਤੋਂ ਪ੍ਰੋਫੈਸਰ ਡਾਕਟਰ ਸੁਰਜੀਤ ਸਿੰਘ ਭੱਟੀ ਜੁੜੇ ਹਨ, ਜੋ ਕਿ ਸਾਨੂੰ ਬੰਦੀ ਛੋੜ ਦਿਵਸ ਦੀ ਜਿਹੜੀ ਹਿਸਟਰੀ ਹੈ ਉਸ ਬਾਰੇ ਉਹ ਜਾਣਕਾਰੀ ਦੇਣਗੇ। ਡਾਕਟਰ ਭੱਟੀ ਮੇਰੇ ਫਾਦਰ ਸਾਹਿਬ, ਪਹਿਲੇ ਵੀ ਸਾਡੇ ਪਾਸ ਉਹਨਾਂ ਨੇ ਬਹੁਤ ਵਾਰ ਕਈ ਡਿਫਰੈਂਟ ਟੌਪਿਕਸ ਦੇ ਉੱਤੇ ਵਿਚਾਰ ਸੰਗਤ ਦੇ ਨਾਲ ਸਾਂਝੇ ਕੀਤੇ ਨੇ ਤੇ ਸੰਗਤ ਇਹਨਾਂ ਤੋਂ ਜਾਣੂ ਹੈ, ਬਟ ਥੋੜਾ ਜਿਹਾ ਇਹਨਾਂ ਦਾ ਬੈਕਗਰਾਉਂਡ ਦੇਣ ਜ਼ਰੂਰੀ ਹੈ। ਪ੍ਰੋਫੈਸਰ ਹੈਡ ਸਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਫਿਜ਼ਿਕਸ ਦੇ, ਉੱਥੇ ਕਈ ਇਹਨਾਂ ਨੇ ਡਿਪਾਰਟਮੈਂਟ ਜਿਹੜੇ ਸੀ ਇਸਟੈਬਲਿਸ਼ ਕੀਤੇ ਤੇ ਡੀਨ ਰਹੇ ਨੇ। ਉਸ ਤੋਂ ਬਾਅਦ ਕਈ ਇੰਜੀਨੀਅਰਿੰਗ ਕਾਲਜ ਪੰਜਾਬ ਦੇ ਵਿੱਚ, ਹਿਮਾਚਲ ਦੇ ਵਿੱਚ ਜਿਹੜੇ ਨੇ ਉਹ ਬਣਾਏ ਨੇ। ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਦੀ ਇਸਟੈਬਲਿਸ਼ਮੈਂਟ ਦੇ ਵਿੱਚ ਇਨਵੋਲਵ ਸਨ ਤੇ ਉਸ ਤੋਂ ਬਾਅਦ ਅਜੇ ਵੀ ਐਜ਼ ਕੰਸਲਟੈਂਟ ਕੁਛ ਯੂਨੀਵਰਸਿਟੀਜ਼ ਦੇ ਨਾਲ ਕੰਮ ਕਰਦੇ ਨੇ, ਜਿੱਥੇ ਕਿ ਉਹਨਾਂ ਨੂੰ ਗਾਈਡੈਂਸ ਪ੍ਰੋਵਾਈਡ ਕਰਦੇ ਨੇ ਕਿ ਕਿਸ ਤਰ੍ਹਾਂ ਉਹ ਇੱਕ ਅੱਛੀ ਵਰਲਡ ਕਲਾਸ ਐਜੂਕੇਸ਼ਨ ਜਿਹੜੀ ਹੈ ਉਹ ਦੇ ਸਕਣ। ਤੇ ਨਾਲ ਇਹਨਾਂ ਦਾ ਇੰਟਰਸਟ ਹੈ, ਬਲੌਗਿੰਗ ਕਰਦੇ ਨੇ, ਇੱਕ ਬੁੱਕ ਲਿਖ ਰਹੇ ਨੇ ਸਿੱਖ ਸਾਇੰਟਿਸਟ ਦੇ ਉੱਤੇ, ਔਰ ਆਪਣੇ ਆਪ ਨੂੰ ਬਿਜ਼ੀ ਰੱਖਣ ਵਾਸਤੇ ਹੋਰ ਕਈ ਚੀਜ਼ਾਂ ਵਿੱਚ ਇੰਗੇਜ ਕਰਦੇ ਨੇ ਔਰ ਉਹਨਾਂ ਚੀਜ਼ਾਂ ਨੂੰ ਸੰਗਤ ਦੇ ਨਾਲ ਉਹ ਸ਼ੇਅਰ ਕਰਦੇ ਨੇ। ਤੇ ਅੱਜ ਉਹ ਸਾਨੂੰ ਬੰਦੀ ਛੋੜ ਦਿਵਸ ਦੀ ਜਿਹੜੀ ਹਿਸਟਰੀ ਹੈ, ਉਸ ਦਾ ਜਿਹੜਾ ਪਿਛੋਕੜ ਹੈ, ਉਸ ਬਾਰੇ ਉਹ ਜਾਣਕਾਰੀ ਦੇਣਗੇ। ਸੋ ਪਾਪਾ ਵੈਲਕਮ, ਤੇ ਵੈਨਐਵਰ ਯੂ ਆਰ ਰੈਡੀ ਵੀ ਕੈਨ ਸਟਾਰਟ। ਤੁਸੀਂ ਮਿਊਟ ਹੋ। ਹਾਂਜੀ, ਆਈ ਐਮ ਰੈਡੀ। ਓਕੇ ਜੀ, ਲੈਟਸ ਗੋ ਅਹੈਡ ਦੈਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਰਯੋਗ ਸਾਧ ਸੰਗਤ ਜੀਓ, ਸਭ ਤੋਂ ਪਹਿਲੇ ਤੇ ਆਪ ਜੀ ਨੂੰ ਬੰਦੀ ਛੋੜ ਦਿਵਸ ਦੇ ਉਪਲਕਸ਼ ਵਿੱਚ ਮੈਂ ਗ੍ਰੀਟਿੰਗਸ ਦਿੰਦਾ ਵਾਂ ਔਰ ਅਰਦਾਸ ਕਰਦਾ ਕਿ ਇਸ ਮਾੜੇ ਸਮੇਂ ਦੇ ਵਿੱਚ ਅਸੀਂ ਸਾਰੇ ਇਸ ਤਰੀਕੇ ਨਾਲ ਇੱਕ ਦੂਸਰੇ ਦੇ ਨਾਲ ਸਾਂਝ ਰੱਖ ਸਕੀਏ। ਇਸ ਦੇ ਲਈ ਇੱਕ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰਾ ਜ਼ਿਆਦਾ ਫੋਕਸ ਬੱਚਿਆਂ ਦੇ ਉੱਤੇ ਹੈ, ਖਾਸ ਤੌਰ ਤੇ ਛੋਟੇ ਬੱਚੇ ਜਿਨ੍ਹਾਂ ਨੇ ਕਦੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਹੋਰ ਜਿਹੜੇ ਇਤਿਹਾਸਿਕ ਜਗ੍ਹਾ ਨੇ ਉਹਨਾਂ ਦੇ ਅਜੇ ਜਾਣ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ, ਕਿਉਂਕਿ ਬੱਚਿਆਂ ਨੂੰ ਦੱਸਣਾ ਜ਼ਿਆਦਾ ਜ਼ਰੂਰੀ ਹੈ। ਸੰਗਤ ਵਿੱਚ ਤੇ ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਬਾਰੇ ਆਲਰੇਡੀ ਜਾਣਦੇ ਹੋਣਗੇ, ਪਰ ਚਲੋ ਫਿਰ ਵੀ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜੀਵਨ ਦੇ ਬਾਰੇ ਉਸ ਮੌਕੇ ਦੇ ਉੱਤੇ ਉਹਨਾਂ ਨੂੰ ਯਾਦ ਕਰਨਾ ਵੀ ਬਣਦਾ। ਬੇਸ਼ੱਕ ਅਸੀਂ ਪਹਿਲੇ ਜਾਣਦੇ ਵੀ ਹੁੰਦੇ ਹਾਂ ਕੁਛ ਨਾ ਕੁਛ। ਸੋ ਮੈਂ ਕੁਝ ਸਲਾਈਡਸ ਨੇ ਇਹਨਾਂ ਦੀ ਮਦਦ ਦੇ ਨਾਲ ਆਪ ਜੀ ਨੂੰ ਇਹਨਾਂ ਦੇ ਅੱਜ ਦੇ ਦਿਨ ਬਾਰੇ ਦੱਸਣਾ ਚਾਹਾਂਗਾ, ਪਾਰਟਿਕੂਲਰਲੀ ਜਿੱਦਾਂ ਮੈਂ ਕਿਹਾ ਬੱਚਿਆਂ ਵਾਸਤੇ। ਸੋ ਇਹ ਜਿਹੜਾ ਬੰਦੀ ਛੋੜ ਦਿਵਸ ਹੈ, ਇਹ 1619 ਦੇ ਵਿੱਚ ਪਤਝੜ ਦਾ ਜਿਹੜਾ ਮੌਸਮ ਸੀ, ਅਕਤੂਬਰ ਨਵੰਬਰ, ਉਦੋਂ ਤੋਂ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਵਾਪਸ ਆਏ ਨੇ, ਉਦੋਂ ਤੋਂ ਮਨਾਇਆ ਜਾ ਰਿਹਾ। ਔਰ ਡੇਟਸ ਡਿਫਰ ਕਰ ਸਕਦੀਆਂ ਨੇ ਕਿਉਂਕਿ ਕਈ ਕੈਲੰਡਰਸ ਦੇ ਵਿੱਚ ਲਿਊਨਰ ਸਿਸਟਮ ਹੈ, ਕਈਆਂ 'ਚ ਸੋਲਰ ਸਿਸਟਮ ਹੈ, ਔਰ ਅਲੱਗ-ਅਲੱਗ ਸੰਸਥਾਵਾਂ ਅਲੱਗ-ਅਲੱਗ ਡੇਟਸ ਮੈਂਸ਼ਨ ਕਰਦੀਆਂ ਨੇ। ਸੋ ਅਸੀਂ ਡੇਟਸ ਨੂੰ ਵੱਲ ਨਹੀਂ ਜਾਂਦੇ, ਸਿਰਫ ਇਹਨਾਂ ਹੈ ਕਿ ਆਟਮ ਦਾ ਮੌਸਮ ਸੀ ਉਸ ਵਕਤ ਜਦੋਂ ਗੁਰੂ ਸਾਹਿਬ ਉੱਥੋਂ ਆਏ ਨੇ। ਔਰ ਇੱਥੇ ਮੈਂ ਇਹ ਗੱਲ ਦੱਸਣਾ ਚਾਹਾਂਗਾ
ਕਿ 6ਵੇਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਦੀ ਛੋੜ ਦਾ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਉਹ ਇਕੱਲੇ ਆਪ ਨਹੀਂ ਆਏ ਗਵਾਲੀਅਰ ਦੇ ਕਿਲੇ ਤੋਂ, ਉਹ ਨਾਲ ਹੋਰ 52 ਅਦਰ ਜਿਹੜੇ ਰਾਜਪੂਤ ਪ੍ਰਿੰਸ ਸੀਗੇ ਉਹਨਾਂ ਨੂੰ ਵੀ ਨਾਲ ਛੁਡਵਾ ਕੇ ਲਿਆਏ। ਸੋ ਉਹ ਇੱਕ ਕਿਸਮ ਦੇ ਨਾਲ ਪ੍ਰਿਜ਼ਨਰਸ ਨੂੰ ਛੁਡਾਉਣ ਵਾਲੇ ਹੋਣ ਕਰਕੇ ਉਹਨਾਂ ਨੂੰ ਬੰਦੀ ਛੋੜ ਕਿਹਾ ਗਿਆ। ਉਸ ਤੋਂ ਕੋਈ ਤਕਰੀਬਨ 13 ਸਾਲ ਪਹਿਲੇ 1606 ਵਿੱਚ ਉਹਨਾਂ ਦੇ ਪਿਤਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ 5ਵੇਂ ਪਾਤਸ਼ਾਹ ਸਨ, ਉਹਨਾਂ ਦੀ ਸ਼ਹੀਦੀ ਹੋਈ ਸੀ। ਔਰ ਉਸ ਤੋਂ ਬਾਅਦ ਉਹਨਾਂ ਨੇ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਦੀ ਦੇਖ ਰੇਖ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਰਵਰਿਸ਼ ਹੋਈ ਔਰ ਉਹਨਾਂ ਨੂੰ ਇੱਕ ਬਹਾਦਰ ਜਰਨੈਲ ਵੀ ਔਰ ਨਾਲ ਦੀ ਨਾਲ ਇੱਕ ਵਿਦਵਾਨ ਵੀ ਬਣਾਇਆ ਗਿਆ। ਔਰ ਉਹਨਾਂ ਨੇ ਸਭ ਤੋਂ ਪਹਿਲੇ ਇੱਕ ਕੰਮ ਇਹ ਕੀਤਾ ਕਿ ਇਹਨਾਂ ਦੋ ਮਹਾਪੁਰਸ਼ਾਂ ਦੇ ਮਦਦ ਲੈ ਕੇ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ, ਉਹਨਾਂ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ। ਜਿਸ ਵਕਤ ਅਕਾਲ ਤਖਤ ਦੀ ਸਿਰਜਣਾ ਹੋਈ ਤਾਂ ਉਸ ਦੇ ਨਾਲ ਮੁਗਲਿਆ ਸਲਤਨਤ ਦੇ ਵਿੱਚ ਇਹ ਇੰਪ੍ਰੈਸ਼ਨ ਹੋਇਆ ਕਿ ਉਹ ਸ਼ਾਇਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਬਦਲਾ ਲੈਣ ਦੀ ਤਿਆਰੀ ਕਰ ਰਹੇ ਨੇ। ਉਹ ਰਿਵੈਂਜਫੁਲ ਹੋ ਕੇ ਇਹ ਅਕਾਲ ਤਖਤ ਸ਼ਾਇਦ ਬਣਾ ਰਹੇ ਨੇ, ਹਾਲਾਂਕਿ ਇਹ ਗੱਲ ਨਹੀਂ ਸੀ। ਉਹਨਾਂ ਨੇ ਜਿਹੜੀ ਇਹ ਇਟਰਨਲ ਥਰੋਨ ਬਣਾਈ ਅਲਮਾਈਟੀ ਦੀ, ਗੁਰੂ ਦੀ ਜਾਂ ਪਰਮਾਤਮਾ ਦੀ, ਉਹਦਾ ਪਰਪਸ ਕੁਝ ਹੋਰ ਸੀ। ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਨਵੀਂ ਪ੍ਰਥਾ ਸ਼ੁਰੂ ਕੀਤੀ ਸਿੱਖ ਕੌਮ ਵਿੱਚ ਕਿ ਉਹਨਾਂ ਨੇ ਇੱਕ ਆਰਮੀ ਤਿਆਰ ਕੀਤੀ, ਔਰ ਜਿਸ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਕੋਲ ਘੱਟੋ ਘੱਟ 2200 ਘੋੜਸਵਾਰ ਹਾਰਸਮੈਨ ਸੀਗੇ, ਜਿਹੜੇ ਕਿ ਯੁੱਧ ਕਲਾ ਦੇ ਵਿੱਚ ਬੜੇ ਉਹਨਾਂ ਨੇ ਪ੍ਰਵੀਨ ਕੀਤੇ ਸਨ। ਸੋ ਇਹ ਦੇਖ ਕੇ ਲਾਹੌਰ ਦੇ ਜਿਹੜੇ ਨਵਾਬ ਸਨ ਮੁਰਤਜ਼ਾ ਖਾਨ, ਉਸ ਨੂੰ ਕੁਝ ਘਬਰਾਹਟ ਹੋਈ ਔਰ ਹੀ ਵਾਜ਼ ਅਲਾਰਮਡ, ਔਰ ਉਸ ਨੇ ਐਂਪਰਰ ਜਹਾਂਗੀਰ ਨੂੰ ਜਾ ਕੇ ਇਹ ਕਿਹਾ ਕਿ ਇਸ ਵਕਤ 6ਵੇਂ ਪਾਤਸ਼ਾਹ ਜਿਹੜੇ ਨੇ ਉਹ ਜੰਗ ਦੀ ਸ਼ਾਇਦ ਤਿਆਰੀ ਕਰ ਰਹੇ ਨੇ ਔਰ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਦਲਾ ਲੈਣ ਵਾਸਤੇ ਤਿਆਰੀ ਕਰ ਰਹੇ। ਸੋ ਜਹਾਂਗੀਰ ਨੇ ਆਪਣੇ ਗਵਰਨਰ ਵਜ਼ੀਰ ਖਾਨ ਔਰ ਉਹਦੇ ਨਾਲ ਜਿਹੜੇ ਨੈਕਸਟ ਸੀ ਗੁੰਚਾ ਬੇਗ, ਇਹਨਾਂ ਦੋਨਾਂ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਗੁਰੂ 6ਵੇਂ ਪਾਤਸ਼ਾਹ ਦੀ ਜਿਹੜੀ ਤਾਕਤ ਹੈ ਉਸ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਤੇ ਨਜ਼ਰ ਰੱਖੋ ਔਰ ਉਹਨਾਂ ਨੂੰ ਮੌਕਾ ਮਿਲੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇ। ਸੋ ਇਹ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਹਾਂ ਅਕਾਲ ਤਖਤ ਸਾਹਿਬ ਦਾ, ਜਿੱਥੇ ਤੁਸੀਂ ਅੰਮ੍ਰਿਤਸਰ ਤੁਸੀਂ ਪਿੱਛੇ ਦੇਖ ਸਕਦੇ ਹੋ। ਤੇ ਕਈ ਬੱਚਿਆਂ ਨੇ ਸ਼ਾਇਦ ਨਾ ਗਏ ਹੋਣ, ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਸਾਹਮਣੇ ਦਰਸ਼ਨੀ ਡਿਓੜੀ ਹੈ ਜਿੱਥੋਂ ਲੰਘ ਕੇ ਦਰਬਾਰ ਸਾਹਿਬ ਨੂੰ ਜਾਈਦਾ ਅੰਦਰ, ਔਰ ਉਹਦੀ ਬੈਕ ਤੇ ਗੋਲਡਨ ਡੋਮ ਵਾਲੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਗੁਰੂ 6ਵੇਂ ਪਾਤਸ਼ਾਹ ਨੇ ਕੀਤੀ ਸੀ। ਇਸ ਦੀ ਇੱਕ ਬੜੀ ਵੱਡੀ ਹਿਸਟਰੀ ਹੈ, ਪਰ ਚਲੋ ਅਸੀਂ ਉੱਧਰ ਇਸ ਵੇਲੇ ਨਹੀਂ ਜਾਣਾ। ਮੈਂ ਅਕਾਲ ਤਖਤ ਸਾਹਿਬ ਬਾਰੇ ਸਿਰਫ ਇਹਨਾਂ ਗੱਲ ਦੱਸਣਾ ਚਾਹਾਂਗਾ ਕਿ ਸਿੱਖ ਕੌਮ ਦੀ ਇੱਕ ਆਜ਼ਾਦ ਹਸਤੀ ਜਿਹੜੀ ਸੀ, ਉਹਦੀ ਫਸਟ ਅਸਰਸ਼ਨ ਸੀ। ਪਹਿਲੀ ਦਫਾ ਗੁਰੂ ਸਾਹਿਬ ਨੇ ਇਹਨੂੰ ਅਸਰਟ ਕੀਤਾ ਕਿ ਸਿੱਖ ਇੱਕ ਇੰਡੀਪੈਂਡੈਂਟ ਔਰ ਪਾਵਰਫੁਲ ਫੋਰਸ ਹੈ, ਉਹ ਕਿਸੇ ਦੇ ਥੱਲੇ ਲੱਗ ਕੇ ਕਿਸੇ ਦੇ ਅੱਗੇ ਖੁਸ਼ਾਮਦ ਕਰਕੇ ਗੁਲਾਮੀ ਕਰਨ ਨੂੰ ਤਿਆਰ ਨਹੀਂ ਹੈਗੇ। ਇਹ ਸਭ ਤੋਂ ਪਹਿਲਾ ਸੰਦੇਸ਼ ਵੈਸੇ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਔਰ ਉਸ ਨੂੰ ਲਾਂਤਾਂ ਪਾਈਆਂ ਕਿ ਤੂੰ ਪਾਪ ਦੀ ਜੰਜ ਲੈ ਕੇ ਆਇਆ ਹੈ ਹਿੰਦੁਸਤਾਨ ਨੂੰ ਲੁੱਟਣ ਵਾਸਤੇ। ਉਦੋਂ ਤੋਂ ਹੀ ਸ਼ੁਰੂ ਹੋ ਚੁੱਕਾ ਸੀ, ਪਰ ਫਿਰ ਵੀ ਜਿਹੜਾ ਜ਼ਿਆਦਾ ਫਾਰਮਲ ਤੌਰ ਤੇ ਫੌਜੀ ਤਿਆਰੀ ਜਿਹੜੀ ਸੀ ਉਹ 6ਵੇਂ ਗੁਰੂ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋਈ, ਔਰ ਅਕਾਲ ਤਖਤ ਇਹ ਉਸ ਦਾ ਪਹਿਲਾ ਸਿੰਬਲ ਸੀ।
ਜਿਸ ਵਿੱਚ ਕਿ ਸਪਿਰਿਚੁਅਲ ਵੀ ਔਰ ਦੁਨਿਆਵੀ ਵੀ, ਟੈਂਪੋਰਲ ਵੀ, ਦੋਨਾਂ ਜਿਹੜੀਆਂ ਸਮੱਸਿਆਵਾਂ ਸਿੱਖ ਕੌਮ ਦੇ ਸਾਹਮਣੇ ਸਨ, ਉਹਨਾਂ ਨੂੰ ਐਡਰੈਸ ਕੀਤਾ ਜਾਣ ਦਾ ਇੱਕ ਸੈਂਟਰ ਬਣਾਇਆ ਗਿਆ। ਇਟ ਵਾਜ਼ ਅ ਸੋਵਰਨ ਸੈਂਟਰ, ਜਿਹੜਾ ਕਿਸੇ ਦੀ ਗੁਲਾਮੀ ਨੂੰ ਮਨਜ਼ੂਰ ਨਹੀਂ ਸੀ ਕਰਦਾ, ਅਸੈਪਟ ਨਹੀਂ ਸੀ ਕਰਦਾ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਆਪ ਨੂੰ ਮੁਗਲਾਂ ਤੋਂ ਆਜ਼ਾਦ ਇੱਕ ਹਸਤੀ ਕਾਇਮ ਕੀਤੀ, ਔਰ ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ, ਇੱਕ ਪੀਰੀ ਯਾਨੀ ਸਪਿਰਿਚੁਅਲਿਟੀ, ਤੇ ਇੱਕ ਮੀਰੀ ਜਿਹੜੀ ਕਿ ਦੁਨਿਆਵੀ ਸ਼ਕਤੀ ਦੀ ਚਿੰਨ੍ਹ ਸੀ। ਜਹਾਂਗੀਰ ਨੇ ਉਸ ਵਕਤ ਇਹ ਇੱਕ ਹੁਕਮ ਜਾਰੀ ਕੀਤਾ ਸੀ ਕਿ ਤਲਵਾਰ ਰੱਖਣੀ ਜਾਂ ਘੋੜਸਵਾਰੀ ਕਰਨੀ ਜਾਂ ਸਿਰ ਤੇ ਦਸਤਾਰ ਬੰਨਣੀ ਔਰ ਇੱਕ ਉੱਚੇ ਕਿਸੇ ਥੜੇ ਦੇ ਉੱਤੇ ਜਾਂ ਤਖਤ ਦੇ ਉੱਤੇ ਬੈਠਣਾ, ਇਹ ਸਿਰਫ ਜਹਾਂਗੀਰ ਜਾਂ ਉਸਦੇ ਜਿਹੜੇ ਮਿਨਿਸਟਰਸ ਨੇ, ਗਵਰਨਰਸ ਨੇ, ਉਹਨਾਂ ਨੂੰ ਅਲਾਉਡ ਹੈ, ਬਾਕੀ ਪਬਲਿਕ ਨੂੰ ਨਹੀਂ ਅਲਾਉਡ। ਉਹਨੇ ਇਸ ਨੂੰ ਬੈਨ ਕੀਤਾ ਸੀ। ਗੁਰੂ ਸਾਹਿਬ ਨੇ ਇਸ ਜਿਹੜਾ ਸ਼ਾਹੀ ਹੁਕਮ ਸੀ ਉਸ ਨੂੰ ਉਹਨਾਂ ਨੇ ਚੈਲੰਜ ਕੀਤਾ, ਉਸ ਨੂੰ ਡਿਫਾਈ ਕੀਤਾ, ਔਰ ਉਹਨਾਂ ਨੇ ਕਿਹਾ ਕਿ ਉਹ ਖੁਦ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਔਰ ਖੁਦ ਉੱਥੇ ਬੈਠਦੇ ਰਹੇ ਅਕਾਲ ਤਖਤ ਸਾਹਿਬ ਦੇ ਉੱਤੇ, ਔਰ ਜਿੰਨੇ ਵੀ ਸ਼ਾਹੀ ਰੀਤੀ ਰਿਵਾਜ ਦੇ ਮਾਰਕਸ ਸਨ, ਮਾਰਕਸ ਆਫ ਰਾਇਲਟੀ ਸਨ, ਉਹਨਾਂ ਨੂੰ ਉਹਨਾਂ ਨੇ ਖੁਦ ਪਹਿਨਿਆ। ਤਲਵਾਰਾਂ ਵੀ ਪਹਿਨੀਆਂ, ਘੋੜਸਵਾਰੀ ਵੀ ਕੀਤੀ, ਫੌਜ ਵੀ ਤਿਆਰ ਕੀਤੀ, ਕਲਗੀ ਲਗਾਈ ਔਰ ਦਸਤਾਰ ਬੰਨੀ, ਔਰ ਸਾਰੇ ਜਿਹੜੇ ਸਿੱਖੀ ਦੇ ਪਹਿਲੇ ਚਿੰਨ੍ਹ ਸਨ ਉਹ ਉਹਨਾਂ ਨੇ ਕਾਇਮ ਕੀਤੇ। ਔਰ ਇਸ ਤਰ੍ਹਾਂ ਨਾਲ ਉਹ ਇੱਕ ਕਿਸਮ ਦੇ ਨਾਲ ਉਹਨਾਂ ਨੇ ਸਿੱਧੇ ਤੌਰ ਤੇ ਆਪਣੀ ਆਜ਼ਾਦੀ ਡਿਕਲੇਅਰ ਕੀਤੀ, ਅਸਰਸ਼ਨ ਆਫ ਦ ਇੰਡੀਪੈਂਡੈਂਟ ਪਾਵਰ ਆਫ ਦ ਸਿੱਖਸ ਫॉर द ਫਸਟ ਟਾਈਮ। ਹੁਣ ਹੈ ਅੱਗੇ ਕੀ ਹੁੰਦਾ ਹੈ, ਇਹ ਕਹਾਣੀ ਉਸ ਤੋਂ ਅੱਗੇ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਵਜ਼ੀਰ ਖਾਨ ਨੂੰ ਜਹਾਂਗੀਰ ਨੇ ਭੇਜਿਆ ਕਿ ਗੁਰੂ ਸਾਹਿਬ ਨੂੰ ਅਰੈਸਟ ਕੀਤਾ ਜਾਏ। ਪਰ ਜਿਸ ਵਕਤ ਕਹਿੰਦੇ ਨੇ ਕਿ ਵਜ਼ੀਰ ਖਾਨ ਗੁਰੂ ਸਾਹਿਬ ਦੇ ਕੋਲ ਪਹੁੰਚਾ ਤੇ ਉਹਨਾਂ ਦਾ ਜਾਹੋ ਜਲਾਲ, ਉਹਨਾਂ ਦੀ ਸੁੰਦਰਤਾ, ਸ਼ਕਤੀ, ਉਹਨਾਂ ਦੀ ਗੱਲਬਾਤ, ਪਰਸਨੈਲਿਟੀ ਤੋਂ ਇਤਨਾ ਇੰਪ੍ਰੈਸ ਹੋਇਆ ਕਿ ਉਹਨੇ ਅੱਖਾਂ ਨੀਵੀਆਂ ਕਰਕੇ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਕਿਹਾ ਕਿ ਹੁਕਮ ਤਾਂ ਮੈਨੂੰ ਆਪ ਜੀ ਨੂੰ ਅਰੈਸਟ ਕਰਨ ਦਾ ਹੈ, ਲੇਕਿਨ ਮੇਰੀ ਇੰਨੀ ਜੁਰਤ ਨਹੀਂ ਹੈ। ਮੈਂ ਆਪ ਨੂੰ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਦਿੱਲੀ ਆ ਕੇ ਤੇ ਐਂਪਰਰ ਜਹਾਂਗੀਰ ਨੂੰ ਮਿਲੋ, ਤੇ ਜਿਸ ਤਰ੍ਹਾਂ ਮੈਂ ਤੁਹਾਡੇ ਤੋਂ ਪ੍ਰਭਾਵਿਤ ਹੋਇਆ ਹਾਂ ਉਹ ਵੀ ਤੁਹਾਡੇ ਤੋਂ ਪ੍ਰਭਾਵਿਤ ਹੋਏਗਾ, ਔਰ ਅਰੈਸਟ ਕਰਨ ਦੀ ਜਾਂ ਆਪਸ ਵਿੱਚ ਕਨਫਲਿਕਟ ਦੀ ਨੌਬਤ ਨਹੀਂ ਆਏਗੀ। ਹੀ ਵਾਸ ਸੋ ਇੰਪ੍ਰੈਸਡ। ਸੋ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਲਈ, ਵਜ਼ੀਰ ਖਾਨ ਦੀ, ਔਰ ਉਸ ਦੇ ਨਾਲ ਜਿਹੜਾ ਆਏ ਸਨ। ਉੱਥੇ ਜਾ ਕੇ ਉਹ ਜਦੋਂ ਉਹਨਾਂ ਨੂੰ ਮਿਲੇ ਤਾਂ ਜਹਾਂਗੀਰ ਵੀ ਵਾਕਈ ਬਹੁਤ ਉਹਨਾਂ ਤੋਂ ਇੰਪ੍ਰੈਸ ਹੋਇਆ, ਔਰ ਉਹਨੇ ਉਹਨਾਂ ਦੇ ਅੰਦਰ ਜਿਹੜੀ ਰੂਹਾਨੀਅਤ ਸੀ, ਨੋਬਿਲਿਟੀ ਸੀ, ਔਰ ਜਿਹੜੀ ਉਹਨਾਂ ਦੀ ਗੱਲਬਾਤ ਦੇ ਵਿੱਚ ਬਰੇਵਰੀ ਦੀ ਸਪਿਰਿਟ ਸੀ, ਉਸ ਨੂੰ ਦੇਖਿਆ ਔਰ ਉਹ ਬਹੁਤ ਉਹਨਾਂ ਤੋਂ ਪ੍ਰਭਾਵਿਤ ਹੋਇਆ। ਉਸ ਦਾ ਜਿਹੜਾ ਵਿਚਾਰ ਸੀ ਉਹਨਾਂ ਨੂੰ ਅਰੈਸਟ ਕਰਨ ਦਾ ਜਾਂ ਕਮਜ਼ੋਰ ਕਰਨ ਦਾ, ਉਹ ਉਸਨੇ ਛੱਡ ਦਿੱਤਾ। ਉੱਥੇ ਕਈ ਗੱਲਾਂ ਉਹਨੇ ਉਸ ਵਕਤ ਹੋਈਆਂ, ਤੇ ਜਿਸ ਵਕਤ ਉਹਨੇ ਇੱਕ ਲੈਵਲ ਤੇ ਇਹ ਪੁੱਛਿਆ ਗੁਰੂ ਜੀ ਨੂੰ ਕਿ ਤੁਹਾਡੇ ਖਿਆਲ ਦੇ ਵਿੱਚ ਹਿੰਦੂ ਵੱਡੇ ਨੇ ਕਿ ਮੁਸਲਮਾਨ, ਤੇ ਉਸ ਵਕਤ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚੋਂ, ਜਿਹੜੀ ਉਸ ਵਕਤ ਤੱਕ ਪੋਥੀ ਸਾਹਿਬ ਦੀ ਸ਼ਕਲ ਦੇ ਵਿੱਚ ਸਰੂਪ ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਯਾਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋ ਚੁੱਕੀ ਸੀ, ਉਹਦੇ 'ਚ ਉਹਨਾਂ ਨੇ ਸ਼ਬਦ ਸੁਣਾਏ ਕਿ ਸ਼ੁਭ ਕਰਮਾਂ ਬਾਝੋਂ ਦੋਨੋਂ ਰੋਈ। ਇਹ ਤਾਂ ਜਿਸ ਦੇ ਕੰਮ ਅੱਛੇ ਨੇ, ਕਰਮ ਅੱਛੇ ਨੇ, ਵਿਚਾਰ ਅੱਛੇ ਨੇ, ਉਹੀ ਅੱਛਾ ਹੈ, ਭਾਵੇਂ ਉਹ ਹਿੰਦੂ ਹੈ ਜਾਂ ਮੁਸਲਮਾਨ ਹੈ। ਤੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਇਹ ਵੀ ਕਬੀਰ ਜੀ ਦਾ ਸੀ, ਉਹਨਾਂ ਨੇ ਉਹਨਾਂ ਨੂੰ ਪੜ੍ਹ ਕੇ ਸੁਣਾਇਆ, ਜਿਸ ਤੋਂ ਉਹਨਾਂ ਦੇ ਜਿਹੜੇ ਜਹਾਂਗੀਰ ਦੇ ਔਰ ਉਸਦੇ ਜਿਹੜੇ ਵਜ਼ੀਰ ਸਨ, ਉਹਨਾਂ ਦੇ ਵਿਚਾਰਾਂ ਦੇ ਵਿੱਚ ਬੜਾ ਫਰਕ ਪੈ ਗਿਆ। ਉਸ ਤੋਂ ਬਾਅਦ ਉਸਨੇ ਉਹਨਾਂ ਨੂੰ ਇੱਕ ਰਾਇਲ ਰਿਸੈਪਸ਼ਨ ਦਿੱਤੀ, ਉਹਨਾਂ ਦਾ ਸਤਿਕਾਰ ਕੀਤਾ, ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੇ ਬਹਾਦਰ ਹੋ
ਤੇ ਮੈਂ ਸ਼ਿਕਾਰ ਤੇ ਜਾਇਆ ਜਾਣਾ ਵਾ, ਤੇ ਜਦੋਂ ਜਾਵਾਂਗਾ ਤੁਸੀਂ ਮੇਰੇ ਨਾਲ ਚੱਲੋ। ਸੋ ਇੱਕ ਵਾਰੀ ਇਸ ਤਰ੍ਹਾਂ ਹੋਇਆ ਕਿ ਇਹ ਜਿਹੜੇ ਸ਼ਿਕਾਰ ਦੇ ਮੌਕੇ ਸਨ, ਜਿਸ ਵਿੱਚ ਗੁਰੂ 6ਵੇਂ ਪਾਤਸ਼ਾਹ ਸਾਹਿਬ ਉੱਥੇ ਕੁਛ ਚਿਰ ਰਹੇ ਦਿੱਲੀ, ਉਹਨਾਂ ਦੇ ਨਾਲ ਜਹਾਂਗੀਰ ਦੇ ਜਾਂਦੇ ਰਹੇ। ਤਾਂ ਉਦੋਂ ਇੱਕ ਸ਼ਿਕਾਰ ਦੇ ਦੌਰਾਨ ਉਹ ਇੱਕ ਬਾਬਾ ਸ਼ੇਰ ਜਿਹੜਾ ਸੀ, ਉਸ ਨੂੰ ਕਹਿੰਦੇ ਨੇ ਕਿ ਉਸ ਨੂੰ ਟਰੈਕ ਕਰ ਰਹੇ ਸਨ, ਕਿ ਅਚਾਨਕ ਉਸਨੇ ਜਹਾਂਗੀਰ ਦੇ ਉੱਤੇ ਚਾਰਜ ਕਰ ਦਿੱਤਾ, ਹਮਲਾ ਕਰ ਦਿੱਤਾ। ਤਾਂ ਉਸ ਦੇ ਨਾਲ ਜਿਹੜੇ ਬੰਦੇ ਸਨ, ਉਹਦੇ ਅਹਿਲਕਾਰ, ਉਹਨਾਂ ਨੇ ਗੋਲੀ ਵਗੈਰਾ ਚਲਾਈ ਜਾਂ ਤੀਰ ਕਮਾਨ ਜੋ ਵੀ ਚਲਾ ਸਕਦੇ ਸਨ, ਪਰ ਜਿਹੜਾ ਸ਼ੇਰ ਸੀ ਉਹ ਬਚ ਕੇ ਨਿਕਲ ਗਿਆ ਔਰ ਉਸਨੇ ਜਹਾਂਗੀਰ ਦੇ ਉੱਤੇ ਲਗਭਗ ਹਮਲਾ ਕਰ ਦਿੱਤਾ। ਉਸ ਵਕਤ ਕਿਹਾ ਗਿਆ ਇਤਿਹਾਸ ਵਿੱਚ ਕਿ ਗੁਰੂ ਸਾਹਿਬ ਨੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਸ ਸ਼ੇਰ ਦਾ ਕੰਮ ਖਤਮ ਕਰ ਦਿੱਤਾ। ਉਹਦੇ ਜਬਾੜਿਆਂ ਦੇ ਵਿੱਚ ਉਸ ਨੂੰ, ਤਲਵਾਰ ਨੂੰ ਇੰਨੀ ਜ਼ੋਰ ਦੀ ਮਾਰਿਆ ਕਿ ਇੱਕ ਹੀ ਝਟਕੇ ਦੇ ਨਾਲ, ਇੱਕ ਹੀ ਸਟ੍ਰੋਕ ਦੇ ਨਾਲ ਉਸ ਦੀ ਡੈਥ ਹੋ ਗਈ। ਸੋ ਹਰਗੋਬਿੰਦ ਸਾਹਿਬ ਜੀ ਦੀ ਇਸ ਬਹਾਦਰੀ ਨੂੰ ਵੇਖ ਕੇ ਔਰ ਇਸ ਤੋਂ ਐਂਪਰਰ ਜਹਾਂਗੀਰ ਬਹੁਤ ਇੰਪ੍ਰੈਸ ਹੋਇਆ ਔਰ ਉਹਨਾਂ ਦੇ ਨਾਲ ਉਸਨੇ ਇੱਕ ਫਰੈਂਡਲੀ ਰਿਲੇਸ਼ਨਸ਼ਿਪ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਹਾਂਗੀਰ ਦੇ ਦਰਬਾਰ ਵਿੱਚ ਇੱਕ ਪਾਵਰਫੁਲ ਔਰ ਬਹੁਤ ਅਮੀਰ ਸ਼ਖਸ ਸੀ, ਜਿਸ ਦਾ ਨਾਂ ਸੀ ਚੰਦੂ ਸ਼ਾਹ। ਉਸ ਨਾਂ ਦਾ ਕੋਰਟੀਅਰ ਵੀ ਸੀ, ਦਰਬਾਰੀ ਵੀ ਸੀ, ਔਰ ਉਸ ਦੀ ਉਹ ਸਤਿਕਾਰ ਵੀ ਕਰਦੇ ਸਨ ਜਹਾਂਗੀਰ। ਤਾਂ ਉਸ ਦੇ ਮਨ ਦੇ ਵਿੱਚ ਕਿਸੇ ਵਜ੍ਹਾ ਕਰਕੇ ਗੁਰੂ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ ਲਈ ਔਰ ਉਹਨਾਂ ਦੇ ਸੁਪੁੱਤਰ 6ਵੇਂ ਪਾਤਸ਼ਾਹ ਲਈ ਕੁਝ ਮਨ ਵਿੱਚ ਈਰਖਾ ਉਸ ਦੇ ਮਨ ਵਿੱਚ ਚੰਦੂ ਸ਼ਾਹ ਦੇ ਸੀ। ਕਾਰਨ ਮੇਨਲੀ ਇਹੀ ਸੀ ਕਿ ਪਹਿਲੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤੇ ਦੀ ਗੱਲ ਚੰਦੂ ਸ਼ਾਹ ਦੀ ਡਾਟਰ ਦੇ ਨਾਲ ਚੱਲੀ ਸੀ, ਪਰ ਉਸ ਵਕਤ ਚੰਦੂ ਨੇ ਬਹੁਤ ਹੰਕਾਰ ਵਿੱਚ ਆ ਕੇ ਕੁਝ ਗੱਲਾਂ ਕਹੀਆਂ, ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫਤ ਕੀਤੀ, ਜਿਹੜੀਆਂ ਕਿ ਉਹਨੂੰ ਨਹੀਂ ਸੀ ਕਹਿਣੀਆਂ ਚਾਹੀਦੀਆਂ। ਔਰ ਤਾਂ ਉਹਨਾਂ ਗੱਲਾਂ ਤੋਂ ਨੂੰ ਬੁਰਾ ਮੰਨ ਕੇ ਗੁਰੂ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਉਹ ਉਸ ਦੇ ਘਰ ਵਿੱਚ ਰਿਸ਼ਤਾ ਨਹੀਂ ਕਰਨਗੇ। ਪਰ ਬਾਅਦ ਦੇ ਵਿੱਚ ਲੋਕਾਂ ਨੇ ਉਸ ਨੂੰ ਸਮਝਾਇਆ, ਚੰਦੂ ਸ਼ਾਹ ਨੂੰ, ਕਿ ਤੂੰ ਇਹ ਬੜਾ ਵੱਡਾ ਪਾਪ ਕੀਤਾ ਹੈ, ਗੁਰੂ ਦੇ ਸ਼ਾਨ ਦੇ ਵਿੱਚ ਕੋਈ ਗਲਤ ਲਫ਼ਜ਼ ਵਰਤਿਆ ਹੈ, ਤੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਸੋ ਤੂੰ ਜਾ ਕੇ ਮਾਫੀ ਮੰਗ ਔਰ ਇਹ ਦੁਬਾਰਾ ਲੈ ਕੇ ਜਾ। ਸੋ ਇਤਿਹਾਸ ਮੁਤਾਬਕ ਚੰਦੂ ਸ਼ਾਹ ਗੁਰੂ ਸਾਹਿਬ ਦੇ ਕੋਲ ਗਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ, ਔਰ ਉਸਨੇ ਜਾ ਕੇ ਦੁਬਾਰਾ ਬੇਨਤੀ ਕੀਤੀ ਕਿ ਮੈਥੋਂ ਭੁੱਲ ਹੋ ਗਈ ਹੈ ਤੇ ਮੈਂ ਆਪ ਜੀ ਦੇ ਇਸ ਹੋਣਹਾਰ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹੁੰਦਾ। ਪਰ ਉਸ ਵਕਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਨੂੰ ਰਿਫਿਊਜ਼ ਕਰ ਦਿੱਤਾ ਔਰ ਉਹਦੀ ਚੂੰਕਿ ਆਫਰ ਰਿਫਿਊਜ਼ ਹੋ ਗਈ, ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਸੀ ਤੇ ਉਸ ਨੂੰ ਇਹ ਲੱਗਾ ਕਿ ਮੇਰੀ ਬੜੀ ਬੇਇੱਜ਼ਤੀ ਹੋਈ ਇਸ ਗੱਲ ਦੇ, ਇਸ ਰਿਜੈਕਸ਼ਨ ਦੇ ਨਾਲ, ਔਰ ਉਸਨੇ ਆਪਣੇ ਮਨ ਦੇ ਵਿੱਚ ਈਰਖਾ ਰੱਖੀ ਦੋਨਾਂ ਲਈ, ਗੁਰੂ ਅਰਜਨ ਦੇਵ ਜੀ ਮਹਾਰਾਜ ਲਈ ਵੀ ਔਰ ਗੁਰੂ ਹਰਗੋਬਿੰਦ ਸਾਹਿਬ ਲਈ ਵੀ। ਔਰ ਇਸ ਈਰਖਾ ਕਰਕੇ ਹੀ ਉਹਨੇ ਗੁਰੂ ਅਰਜਨ ਦੇਵ ਜੀ ਦੀ ਜਦੋਂ ਸ਼ਹਾਦਤ ਹੋਈ, ਉਸ ਵਕਤ ਵੀ ਉਸਨੇ ਇੱਕ ਨੈਗੇਟਿਵ ਰੋਲ ਪਲੇ ਕੀਤਾ। ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ 6ਵੇਂ ਪਾਤਸ਼ਾਹ ਦਿੱਲੀ ਕੁਛ ਚਿਰ ਰਹੇ ਐਂਪਰਰ ਜਹਾਂਗੀਰ ਦੇ ਕੋਲ ਔਨ ਵੈਰੀ ਫਰੈਂਡਲੀ ਟਰਮਸ, ਉਸ ਵਕਤ ਚੰਦੂ ਸ਼ਾਹ ਨੂੰ ਇਹ ਅੱਛਾ ਨਹੀਂ ਲੱਗਾ ਕਿ ਦੇਵਰ ਔਨ ਗੁੱਡ ਟਰਮਸ। ਉਹ ਚਾਹੁੰਦਾ ਸੀ ਵੀ ਕਿਸੇ ਤਰੀਕੇ ਨਾਲ ਮੈਂ ਇਹਨਾਂ ਦਾ, ਗੁਰੂ ਸਾਹਿਬ ਦਾ, ਕੋਈ ਨੁਕਸਾਨ ਕਰਾਂ। ਸੋ ਹੋਇਆ ਇਹ ਕਿ ਐਂਪਰਰ ਜਹਾਂਗੀਰ ਜਿਹੜਾ ਸੀ, ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਸੀਰੀਅਸਲੀ ਬਿਮਾਰ ਹੋ ਗਿਆ ਔਰ ਕਾਫੀ ਇਲਾਜ ਵਗੈਰਾ ਕਰਨ ਤੇ ਵੀ ਉਹ ਠੀਕ ਨਹੀਂ ਸੀ ਹੋ ਪਾ ਰਿਹਾ। ਤਾਂ ਉਸ ਵਕਤ ਚੰਦੂ ਸ਼ਾਹ ਨੇ, ਜਿਹੜੇ ਉਸ ਦੇ ਕੋਰਟ ਦੇ ਵਿੱਚ ਐਸਟ੍ਰੋਲੋਜਰਸ ਜਾਂ ਪੰਡਤ ਜਾਂ ਜੋਤਸ਼ੀ ਵਗੈਰਾ ਸਨ, ਉਹਨਾਂ ਨੂੰ ਉਹਨੇ ਆਪਣੇ ਕੌਨਫੀਡੈਂਸ ਵਿੱਚ ਲੈ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਦਸ਼ਾਹ ਨੂੰ ਜਾ ਕੇ ਕਹੋ ਕਿ ਤੇਰੀ ਜਿਹੜੀ ਇਹ ਬਿਮਾਰੀ ਹੈ, ਇਹ
ਇਨਆਸਪੀਸ਼ੀਅਸ ਸਟਾਰਸ ਕਰਕੇ ਹੈ, ਐਸੇ ਤੇਰੇ ਸਿਤਾਰੇ ਨੇ ਗਰਦਿਸ਼ ਦੇ ਵਿੱਚ ਕਿ ਜਿਨ੍ਹਾਂ ਕਰਕੇ ਤੈਨੂੰ ਇਹ ਬਿਮਾਰੀ ਹੋਈ ਹੈ, ਤੇਰੇ ਤੇ ਬੁਰਾ ਵਕਤ ਆਇਆ ਹੋਇਆ ਹੈ, ਤੇ ਇਹ ਤੇਰੀ ਬਿਮਾਰੀ ਠੀਕ ਹੋ ਸਕਦੀ ਹੈ ਔਰ ਇਹ ਮਾੜਾ ਵਕਤ ਟਲ ਸਕਦਾ ਹੈ ਜੇ ਕੋਈ ਬਹੁਤ ਪਵਿੱਤਰ ਮਹਾਪੁਰਸ਼, ਕੋਈ ਪ੍ਰਮਾਤਮਾ ਦਾ ਭਗਤ, ਕੋਈ ਪਹੁੰਚਿਆ ਹੋਇਆ ਸੰਤ ਮਹਾਤਮਾ ਤੇਰੇ ਲਈ ਅਰਦਾਸ ਕਰੇ, ਪ੍ਰੇਅਰ ਕਰੇ, ਤਾਂ ਤੂੰ ਰਿਕਵਰ ਕਰ ਸਕਦਾ। ਸੋ ਉਹਦੇ ਕਹਿਣ ਮੁਤਾਬਕ, ਚੰਦੂ ਦੇ ਕਹਿਣ ਮੁਤਾਬਕ, ਉਹ ਜਿਹੜੇ ਐਸਟ੍ਰੋਲੋਜਰਸ ਵਗੈਰਾ ਸਨ, ਉਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰੇਅਰ ਦਾ ਅਰੇਂਜਮੈਂਟ ਕਰੋ। ਸੋ ਉਹਦੇ ਬਾਦਸ਼ਾਹ ਨੇ ਇਸ ਬਾਰੇ ਸੋਚਿਆ ਔਰ ਉਹਨੇ ਪੁੱਛਿਆ ਵੀ ਦੱਸੋ ਫਿਰ ਕਿਸ ਮੈਂ ਕਿਹਨਾਂ ਨੂੰ ਮੈਂ ਜਾ ਕੇ ਇਹ ਬੇਨਤੀ ਕਰਾਂ ਕਿ ਉਹ ਮੇਰੇ ਲਈ ਅਰਦਾਸ ਕਰਨ। ਤਾਂ ਉਸ ਵਕਤ ਚੰਦੂ ਨੇ ਇਹ ਸੁਜੈਸਟ ਕੀਤਾ ਕਿ ਜੀ ਦੇਖੋ, ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਕੱਲ੍ਹ ਇੱਥੇ ਆਏ ਹੋਏ ਨੇ ਆਪ ਜੀ ਦੇ ਕੋਲ, ਤਾਂ ਉਹਨਾਂ ਤੋਂ ਬਿਹਤਰ ਹੋਰ ਕੌਣ ਹੋ ਸਕਦਾ ਹੈ? ਉਹ ਬਹੁਤ ਪਹੁੰਚੇ ਹੋਏ ਮਹਾਪੁਰਸ਼ ਨੇ। ਦਿਲੋਂ ਤੇ ਖੈਰ ਉਹ ਉਹਨਾਂ ਦਾ ਬੁਰਾ ਹੀ ਸੋਚ ਰਿਹਾ ਸੀ, ਪਰ ਉਤੋਂ ਉਸਨੇ ਚੰਗਾ ਬਣ ਕੇ ਤੇ ਇੱਕ ਚਲਾਕੀ ਨਾਲ ਗੁਰੂ ਸਾਹਿਬ ਨੂੰ ਉੱਥੋਂ ਭੇਜਣ ਦੀ ਸਕੀਮ ਬਣਾਈ। ਸੋ ਉਸਨੇ ਉਸ ਵਕਤ ਇਹ ਕਿਹਾ ਬਾਦਸ਼ਾਹ ਨੂੰ ਕਿ ਤੁਸੀਂ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜੋ, ਉੱਥੇ ਬਹੁਤ ਅੱਛੀ ਖੁੱਲੀ ਜਗ੍ਹਾ ਹੈਗੀ ਹੈ ਔਰ ਉੱਥੇ ਇਹ ਪੀਸਫੁਲੀ ਬੈਠ ਕੇ ਇਨ ਕੰਪਲੀਟ ਟ੍ਰੈਂਕੁਇਲਿਟੀ, ਬਿਨਾਂ ਕਿਸੇ ਡਿਸਟਰਬੈਂਸ ਦੇ ਉੱਥੇ ਬੈਠ ਕੇ ਗੁਰੂ ਸਾਹਿਬ ਨੂੰ ਕਹੋ ਕਿ ਤੁਹਾਡੇ ਲਈ ਅਰਦਾਸ ਪ੍ਰੇਅਰ ਕਰ। ਸੋ ਬਾਦਸ਼ਾਹ ਦੇ ਕਹਿਣ ਤੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਉੱਥੇ ਚਲੇ ਗਏ। ਇਹ ਮੈਂ ਤਸਵੀਰ ਆਪ ਜੀ ਨੂੰ ਦਿਖਾ ਰਿਹਾ, ਇਹ ਗਵਾਲੀਅਰ ਦੇ ਕਿਲੇ ਦਾ ਬਾਹਰ ਦਾ ਫਸਾਡ ਹੈ ਜਿੱਥੇ ਗੁਰੂ ਸਾਹਿਬ ਗਏ ਔਰ ਕੁਝ ਚਿਰ ਉੱਥੇ ਰਹੇ। ਇਹ ਤਸਵੀਰ ਪੇਂਟਿੰਗ ਹੈ, ਇੱਕ ਕਿਸੇ ਨੇ ਬਣਾਈ, ਜਿਸ ਦੇ ਵਿੱਚ ਉਹ ਦੱਸ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਕਥਾ ਕੀਰਤਨ ਕਰਦੇ ਸਨ, ਭਜਨ ਬੰਦਗੀ ਕਰਦੇ ਸਨ ਪਰਮਾਤਮਾ ਦੀ, ਔਰ ਉਸ ਤੋਂ ਇਲਾਵਾ ਜਿਹੜੇ ਉੱਥੇ ਪ੍ਰਿਜ਼ਨਰ ਸਨ ਉਹਨਾਂ ਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ ਸਨ ਤੇ ਨਾਲ ਬਾਦਸ਼ਾਹ ਦੀ ਸਲਾਮਤੀ ਵਾਸਤੇ, ਉਹਦੀ ਸਿਹਤ ਵਾਸਤੇ ਅਰਦਾਸ ਵੀ ਕਰਦੇ ਸਨ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਹੇਠਾਂ ਕੁਝ ਬੈਠੇ ਹੋਏ ਨੇ ਲੋਕੀ ਔਰ ਕੁਝ ਪਿੱਛੇ ਲੋਕੀ ਲੰਗਰ ਤਿਆਰ ਕਰ ਰਹੇ ਨੇ, ਸੇਵਾ ਕਰ ਰਹੇ ਨੇ ਕਿਲੇ ਦੇ ਅੰਦਰ। ਤਾਂ ਗੁਰੂ ਸਾਹਿਬ ਉੱਥੇ ਬੜੇ ਰਿਸਪੈਕਟਫੁਲੀ ਉਹਨਾਂ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ, ਸਪਿਰਿਚੁਅਲ ਗੱਲਬਾਤ ਕਰ ਰਹੇ ਨੇ। ਉਸ ਕਿਲੇ ਦੇ ਵਿੱਚ ਆਲਰੇਡੀ ਕੁਝ ਰਾਜਪੂਤ ਪ੍ਰਿੰਸ ਡਿਟੇਨ ਕੀਤੇ ਹੋਏ ਸਨ। ਉਹਨਾਂ ਨੂੰ ਉੱਥੇ ਇਸ ਕਰਕੇ ਰੱਖਿਆ ਗਿਆ ਸੀ ਕਿ ਬਾਦਸ਼ਾਹ ਨੂੰ ਗੁਰੂ ਸਾਹਿਬ ਦੇ ਉੱਥੇ ਜਾਣ ਤੋਂ ਪਹਿਲੇ ਇਹ ਸ਼ੱਕ ਸੀ ਕਿ ਇਹ ਜਿਹੜੇ ਰਾਜਪੂਤ ਪ੍ਰਿੰਸ ਨੇ ਇਹ ਮੇਰੇ ਖਿਲਾਫ ਕੋਈ ਰਿਵੋਲਟ ਨਾ ਕਰ ਦੇਣ, ਕੋਈ ਬਗਾਵਤ ਨਾ ਕਰ ਦੇਣ ਔਰ ਮੇਰੇ ਲਈ ਕੋਈ ਮੁਸ਼ਕਲ ਨਾ ਖੜੀ ਕਰਨ। ਇਸ ਕਰਕੇ ਔਨ ਦੀ ਬੇਸਿਸ ਆਫ ਸਸਪੀਸ਼ਨ, ਸਿਰਫ ਸ਼ੱਕ ਦੇ ਬਿਨਾਂ ਦੇ ਉੱਤੇ ਉਹਨਾਂ ਨੇ ਉੱਥੇ ਕੈਦ ਕਰਕੇ ਰੱਖਿਆ ਹੋਇਆ ਸੀ। ਕਿਹਾ ਤੇ ਇਹੀ ਸੀ ਕਿ ਤੁਹਾਨੂੰ ਉੱਦਾਂ ਹੀ ਅਸੀਂ ਇੱਥੇ ਰੱਖਿਆ, ਪਰ ਅਸਲ ਦੇ ਵਿੱਚ ਉਸ ਕਿਲੇ ਦੀ ਘੇਰਾਬੰਦੀ ਇੱਦਾਂ ਸੀ ਕਿ ਉੱਥੋਂ ਕੋਈ ਬਾਹਰ ਨਹੀਂ ਸੀ ਜਾ ਸਕਦਾ। ਸੋ ਵਰਚੁਅਲੀ ਉਹ ਇੱਕ ਕੈਦ ਹੀ ਸੀ। ਉਸ ਵਕਤ ਮੁਗਲ ਬਾਦਸ਼ਾਹਾਂ ਨੂੰ ਅਗਰ ਡਰ ਸੀ ਕਿਸੇ ਦਾ, ਤੇ ਉਹ ਜਾਂ ਤੇ ਗੁਰੂ ਨਾਨਕ ਦੇ ਬਾਅਦ ਜਿਹੜੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦੀ ਬਹਾਦਰੀ ਦਾ ਡਰ ਸੀ ਕਿ ਇਹ ਕੱਲ ਨੂੰ ਸਾਡੇ ਖਿਲਾਫ ਨਾ ਰਿਵੋਲਟ ਕਰ ਦੇਣ, ਜਾਂ ਫਿਰ ਉਹਨਾਂ ਨੂੰ ਰਾਜਪੂਤ ਜਿਹੜੇ ਪ੍ਰਿੰਸ ਸੀਗੇ ਉਹਨਾਂ ਤੋਂ ਡਰ ਸੀ। ਹੋਰ ਤਾਂ ਹਿੰਦੁਸਤਾਨ 'ਚ ਕੋਈ ਇੰਨੀ ਜ਼ਰੂਰਤ ਨਹੀਂ ਸੀ ਰੱਖਦਾ ਕਿ ਮੁਗਲੀਆ ਸਲਤਨਤ ਦੇ ਖਿਲਾਫ ਬੋਲ ਸਕੇ। ਸੋ ਇਹਨਾਂ ਨੂੰ ਉੱਥੇ ਰੱਖਿਆ ਗਿਆ ਸੀ ਔਰ ਚੰਦੂ ਸ਼ਾਹ ਦੀ ਜਿਹੜੀ ਚਾਲਾਕੀ ਸੀ ਉਹਦਾ ਵੀ ਪਰਪਸ ਇਹੀ ਸੀ ਕਿ ਜਿੱਥੇ ਉਹ ਰਾਜਪੂਤ ਪ੍ਰਿੰਸ ਰੱਖੇ ਗਏ ਨੇ ਉੱਥੇ ਹੀ ਗੁਰੂ ਸਾਹਿਬ ਨੂੰ ਭੇਜ ਦਿੱਤਾ ਜਾਵੇ ਤਾਂ ਕਿ ਗੁਰੂ ਸਾਹਿਬ ਨੂੰ ਜਿਹੜਾ ਐਂਪਰਰ ਹੈ ਉਹਦੇ ਨਾਲ ਬਹੁਤਾ ਮਿਲਣ ਗਿਲਣ ਦਾ ਮੌਕਾ ਨਾ ਮਿਲੇ। ਸੋ ਉੱਥੇ ਇੱਕ ਗਵਰਨਰ ਸੀ ਉਸ ਕਿਲੇ ਦਾ ਜਿਹਦਾ ਨਾਂ ਸੀ ਹਰੀਦਾਸ।
ਉਹ ਵੀ ਗੁਰੂ ਸਾਹਿਬ ਦਾ ਬਹੁਤ ਸ਼ਰਧਾਲੂ ਹੋ ਗਿਆ। ਉਹਨੇ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦਾ ਗੱਲਬਾਤ ਸੁਣੀ, ਦੇਖਿਆ, ਔਰ ਉਸ ਨੂੰ ਇੱਕ ਦਫਾ ਕੁਝ ਚਿਰ ਬਾਅਦ ਚੰਦੂ ਸ਼ਾਹ ਨੇ ਇੱਕ ਸੀਕ੍ਰੇਟ ਚਿੱਠੀ ਭੇਜੀ ਹਰੀਦਾਸ ਨੂੰ। ਉਸ ਚਿੱਠੀ 'ਚ ਲਿਖਿਆ ਸੀ ਕਿ ਤੂੰ ਇਹ ਦੱਸਣਾ ਨਹੀਂ ਹੈ ਕਿਸੇ ਨੂੰ, ਪਰ ਹੌਲੀ ਹੌਲੀ ਕਰਕੇ ਗੁਰੂ ਸਾਹਿਬ ਨੂੰ ਉਹਨਾਂ ਦੇ ਭੋਜਨ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਜ਼ਹਿਰ ਮਿਲਾਣਾ, ਤਾਂ ਕਿ ਕੁਝ ਚਿਰ ਬਾਅਦ ਉਸ ਪੋਇਜ਼ਨ ਕਰਕੇ ਉਹਨਾਂ ਦੀ ਡੈਥ ਹੋ ਜਾਵੇ। ਉਹ ਇੱਕ ਕਿਸਮ ਦੇ ਨਾਲ ਆਪਣਾ ਬਦਲਾ ਲੈਣ ਦੇ ਭਾਵਨਾ ਨਾਲ ਇਹ ਕਰਵਾ ਰਿਹਾ ਸੀ। ਪਰ ਹਰੀਦਾਸ ਜਿਹੜਾ ਸੀ ਉਹ ਗੁਰੂ ਸਾਹਿਬ ਦਾ ਸ਼ਰਧਾਲੂ ਸੀ, ਇੱਕ ਕਿਸਮ ਦੇ ਨਾਲ ਉਹਨਾਂ ਦਾ ਸਿੱਖ ਹੋ ਚੁੱਕਾ ਸੀ। ਉਹਨਾਂ ਦੇ ਪ੍ਰਵਚਨ ਸੁਣ ਕੇ, ਬਾਣੀ ਸੁਣ ਕੇ, ਕੀਰਤਨ ਸੁਣ ਕੇ, ਉਪਦੇਸ਼ ਸੁਣ ਕੇ ਉਸਨੇ ਆਪਣੇ ਆਪ ਨੂੰ ਉਹਨਾਂ ਦਾ ਸਿੱਖ ਬਣਾ ਲਿਆ। ਔਰ ਉਹ ਜਿਹੜੀ ਚਿੱਠੀ ਸੀ ਉਸ ਦੇ ਬਾਰੇ ਉਹਨੇ ਗੁਰੂ ਸਾਹਿਬ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਇਹ ਚਿੱਠੀ ਤੁਹਾਡੇ ਖਿਲਾਫ, ਤੁਹਾਨੂੰ ਪੋਇਜ਼ਨ ਕਰਨ ਲਈ ਉਸਨੇ ਭੇਜੀ ਹੈ ਚੰਦੂ ਸ਼ਾਹ। ਸੋ ਗੁਰੂ ਸਾਹਿਬ ਉਸ ਤੋਂ ਸਤਰਕ ਹੋ ਗਏ, ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਨੂੰ ਇੱਥੇ ਕਿਉਂ ਭੇਜਿਆ ਗਿਆ। ਕਾਫੀ ਚਿਰ ਉੱਥੇ ਬੀਤ ਗਿਆ ਤੇ ਸਿੱਖ ਸੰਗਤ ਜਿਹੜੀ ਪੰਜਾਬ ਵਿੱਚ ਸੀ, ਅੰਮ੍ਰਿਤਸਰ ਵਿੱਚ ਪਾਰਟਿਕੂਲਰਲੀ, ਜਿਹੜੇ ਪਹਿਲੇ ਗੁਰੂ ਅਰਜਨ ਦੇਵ ਜੀ ਦੇ ਔਰ ਫਿਰ ਬਾਅਦ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੇ ਹੁੰਦੇ ਸਨ, ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਹ ਗੱਲ ਕਹੀ ਕਿ ਅਸੀਂ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦੇ, ਬਹੁਤ ਦੇਰ ਹੋ ਗਈ ਉਹਨਾਂ ਨੂੰ ਗਵਾਲੀਅਰ ਗਿਆ ਨੂੰ, ਤੇ ਸਾਨੂੰ ਤੁਸੀਂ ਉੱਥੇ ਲੈ ਕੇ ਚਲੋ। ਤੇ ਬਾਬਾ ਬੁੱਢਾ ਜੀ ਉਹਨਾਂ ਨੂੰ ਨਾਲ ਲੈ ਕੇ ਸੰਗਤ ਨੂੰ ਉੱਥੇ ਪਹੁੰਚੇ। ਪਹੁੰਚ ਕੇ ਉਹਨਾਂ ਨੇ ਕਿਲੇ ਦੇ ਗਵਰਨਰ ਨਾਲ ਗੱਲ ਕੀਤੀ। ਬਾਅਦ 'ਚ ਉਹਨਾਂ ਨੇ ਦੂਸਰੇ ਜਿਹੜੇ ਉੱਪਰਲੇ ਸਨ ਬਾਦਸ਼ਾਹ ਤੱਕ ਉਹਨਾਂ ਨੇ ਗੱਲ ਕੀਤੀ, ਔਰ ਉਹਨਾਂ ਨੇ ਕਿਹਾ ਵੀ ਤੁਸੀਂ ਅਗਰ ਉਹਨਾਂ ਨੂੰ ਇਸ ਕਰਕੇ ਇੱਥੇ ਭੇਜਿਆ ਕਿ ਤੁਹਾਡੇ ਲਈ ਅਰਦਾਸ ਕਰਨ, ਤਾਂ ਉਹਨਾਂ ਨੇ ਅਰਦਾਸ ਕੀਤੀ ਹੈ, ਔਰ ਉਸ ਅਰਦਾਸ ਦਾ ਸਦਕਾ ਤੁਸੀਂ ਠੀਕ ਵੀ ਹੋ ਗਏ, ਰਿਕਵਰ ਵੀ ਹੋ ਗਏ ਹੋ। ਤੇ ਬਾਦਸ਼ਾਹ ਨੂੰ ਕਿਹਾ ਵੀ ਤੁਸੀਂ ਹੁਣ ਉਹਨਾਂ ਨੂੰ ਉੱਥੋਂ ਰਿਲੀਜ਼ ਕਰੋ, ਉੱਥੇ ਉਹਨਾਂ ਦਾ ਰਹਿਣਾ ਠੀਕ ਨਹੀਂ ਹੈ, ਕਿਉਂਕਿ ਸਿੱਖ ਬੜੇ ਇਸ ਗੱਲ ਬਾਰੇ ਵਿਆਕੁਲ ਨੇ। ਉਹ ਚਾਹੁੰਦੇ ਨੇ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਔਰ ਉਹ ਵਾਪਸ ਆਉਣ। ਇਸ ਦੌਰਾਨ ਇੱਕ ਸੂਫੀ ਸੰਤ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸਨਮਾਨ ਦਿੱਤਾ ਸੀ, ਔਰ ਦਰਬਾਰ ਸਾਹਿਬ ਦੇ ਫਾਊਂਡੇਸ਼ਨ ਸਟੋਨ ਰੱਖਣ ਵਾਸਤੇ ਵੀ ਉਹਨਾਂ ਨੇ ਬੁਲਾਇਆ ਸੀ ਅੰਮ੍ਰਿਤਸਰ। ਉਹਨਾਂ ਦਾ ਨਾਮ ਸੀ ਹਜ਼ਰਤ ਮੀਆਂ ਮੀਰ। ਉਹ ਵੀ, ਉਹਨਾਂ ਨੂੰ ਵੀ ਪਤਾ ਲੱਗਾ ਕਿ 6ਵੇਂ ਪਾਤਸ਼ਾਹ ਉੱਥੇ ਨਜ਼ਰਬੰਦ ਨੇ, ਤਾਂ ਉਹ ਵੀ ਉਸ ਤੋਂ ਬਾਅਦ ਬਾਦਸ਼ਾਹ ਦੇ ਕੋਲ ਗਏ, ਜਹਾਂਗੀਰ ਕੋਲ, ਔਰ ਉਹਨਾਂ ਨੇ ਕਿਹਾ ਕਿ ਦੇਖੋ ਗੁਰੂ ਸਾਹਿਬ ਨੇ ਤੁਹਾਡੀ ਸ਼ਿਕਾਰ ਦੇ ਦੌਰਾਨ ਇੱਕ ਸਰਟਨ ਡੈਥ ਸੀ ਜਿਹੜੀ ਤੁਹਾਡੀ ਹੋ ਜਾਣੀ ਸੀ, ਪਰ ਗੁਰੂ ਸਾਹਿਬ ਨੇ ਆਪਣੀ ਤਲਵਾਰ ਦੇ ਨਾਲ ਤੁਹਾਡੀ ਜਾਨ ਬਚਾਈ। ਉਸ ਤੋਂ ਬਾਅਦ ਉਹਨਾਂ ਨੇ ਤੁਹਾਡੇ ਲਈ ਅਰਦਾਸ ਕੀਤੀ ਔਰ ਤੁਹਾਡੇ ਰੋਗ ਕੱਟੇ ਗਏ ਨੇ। ਹੁਣ ਤੁਸੀਂ ਉਹਨਾਂ ਨੂੰ ਉੱਥੇ ਹੋਰ ਨਾ ਰੱਖੋ ਔਰ ਉਹਨਾਂ ਨੂੰ ਰਿਸਪੈਕਟਫੁਲੀ ਉਹਨਾਂ ਨੂੰ ਰਿਲੀਜ਼ ਕਰੋ। ਤਾਂ ਉਸ ਦੇ ਉੱਤੇ ਕਹਿੰਦੇ ਨੇ ਕਿ ਮੀਆਂ ਬਾਬਾ ਬੁੱਢਾ ਜੀ ਦੇ ਕਹਿਣ ਤੇ, ਸੰਗਤ ਦੇ ਕਹਿਣ ਤੇ, ਸਾਈਂ ਮੀਆਂ ਮੀਰ ਦੇ ਕਹਿਣ ਤੇ, ਬਾਦਸ਼ਾਹ ਜਿਹੜਾ ਜਹਾਂਗੀਰ ਸੀ ਉਸਨੇ ਗੁਰੂ ਸਾਹਿਬ ਨੂੰ ਉਹਨਾਂ ਦੀ ਰਿਹਾਈ ਦੇ ਹੁਕਮ ਦਿੱਤੇ ਕਿ ਉਹਨਾਂ ਨੂੰ ਉੱਥੇ ਹੋਰ ਰਹਿਣ ਦੀ ਲੋੜ ਨਹੀਂ ਹੈਗੀ, ਉਹ ਜਾ ਸਕਦੇ ਨੇ। ਪਰ ਗੁਰੂ ਸਾਹਿਬ ਨੇ ਇਹ ਕਿਹਾ ਵੀ ਮੈਂ ਇਕੱਲਾ ਨਹੀਂ ਜਾਵਾਂਗਾ, ਜਦ ਤੱਕ ਮੇਰੇ ਨਾਲ ਜਿਹੜੇ ਇਹ ਇਨੋਸੈਂਟ ਰਾਜਪੂਤ ਪ੍ਰਿੰਸ ਜਿਹੜੇ ਇੱਥੇ ਡਿਟੇਨ ਕੀਤੇ ਗਏ ਨੇ, ਇਹਨਾਂ ਨੂੰ ਵੀ ਜਦ ਤੱਕ ਨਾ ਛੱਡਿਆ ਜਾਏ। ਤਾਂ ਬਾਦਸ਼ਾਹ ਨੇ ਕਿਹਾ ਕਿ ਠੀਕ ਹੈ, ਉਹਨਾਂ ਨੂੰ ਵੀ ਅਸੀਂ ਛੱਡ ਦਿੰਦੇ ਹਾਂ, ਕੋਈ ਗੱਲ ਨਹੀਂ, ਪਰ ਸ਼ਰਤ ਇਹ ਰੱਖੀ ਕਿ ਉਹਨੇ ਕਿ ਪ੍ਰਿੰਸ ਛੱਡੇ ਜਾਣਗੇ ਜਿੰਨੇ ਕਿ ਤੁਹਾਡੇ ਚੋਲੇ ਨੂੰ, ਤੁਹਾਡੇ ਜਿਹੜਾ ਡਰੈਸ ਪਾਇਆ ਹੈ ਉਸ ਨੂੰ ਪਕੜ ਕੇ ਬਾਹਰ ਨਿਕਲ ਸਕਦੇ ਨੇ। ਸੋ ਤੁਸੀਂ ਦੇਖੋ ਕਿ ਗੁਰੂ ਸਾਹਿਬ ਕਿੰਨੇ ਪਰਉਪਕਾਰੀ ਸਨ ਕਿ ਉਹਨਾਂ ਨੇ ਇੱਕ ਇਸ ਕਿਸਮ ਦਾ ਚੋਲਾ ਬਣਵਾਇਆ ਜਿਸ ਤੇ ਕਿ 52 ਉਸ ਦੀਆਂ ਕਲੀਆਂ ਸਨ, ਪੈਨਲ ਸਨ, ਔਰ ਤਾਂ ਕਿ ਸਾਰੇ ਨਿਕਲ ਸਕਣ।
ਇਹ ਪੇਂਟਿੰਗ ਬਾਬਾ ਬੁੱਢਾ ਜੀ ਦੀ ਹੈ, ਜਿਸ ਦੇ ਵਿੱਚ ਕਿ ਉਹ ਸਿਰ ਤੇ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਪਹਿਲਾ ਬੀੜ ਸੀ ਰਾਮਸਰ ਦੇ ਵਿੱਚ ਤਿਆਰ ਕੀਤੀ ਗਈ, ਉਸ ਨੂੰ ਲੈ ਕੇ ਸੰਗਤ ਦੇ ਨਾਲ ਸਥਾਪਨਾ ਕਰਨ ਵਾਸਤੇ ਜਾ ਰਹੇ ਨੇ। ਪਿੱਛੇ ਚੌਰ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ। ਸੋ ਮੈਂ ਇਸ ਗੱਲ ਨੂੰ ਐਮਫਸਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਬਾਬਾ ਬੁੱਢਾ ਜੀ ਦਾ ਉਹਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਇੱਕ ਰੋਲ ਸੀ। ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸਭ ਤੋਂ ਪਹਿਲੇ ਮੁੱਖ ਸੇਵਾਦਾਰ ਹੈਡ ਗ੍ਰੰਥੀ ਵੀ ਲਗਾਇਆ ਗਿਆ, ਔਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਾਪਸ ਲੈ ਕੇ ਆਉਣ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਸੀ। ਸੋ ਗੁਰੂ ਸਾਹਿਬ ਨੇ ਇੱਕ ਚੋਲਾ ਐਸਾ ਬਣਵਾਇਆ ਜਿਸ ਤੇ 52 ਪੈਨਲ ਸਨ, ਉਸ ਦੇ ਨਾਲ ਕਲੀਆਂ, ਜਿਸ ਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ, ਔਰ ਉਹਨਾਂ ਨੇ ਕਿਹਾ ਵੀ ਹਰ ਇੱਕ ਜਿਹੜੇ ਸ਼ਹਿਜ਼ਾਦੇ ਸਨ ਉੱਥੇ ਪ੍ਰਿੰਸ, ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਇੱਕ ਕਲੀ ਨੂੰ ਫੜ ਲਓ ਔਰ ਪਿੱਛੇ ਮੇਰੇ ਤੁਰਿਓ। ਸੋ ਉਸ ਤਰ੍ਹਾਂ ਹੋਇਆ, ਔਰ ਇਸ ਤਰੀਕੇ ਨਾਲ ਉਹਨਾਂ ਨੇ ਇੱਕ ਇੱਕ ਕਰਕੇ ਸਾਰਿਆਂ ਨੂੰ ਉੱਥੋਂ ਰਿਹਾ ਕਰ ਦਿੱਤਾ, ਕਰਵਾਇਆ ਆਪਣੇ ਨਾਲ। ਸੋ ਇਹੀ ਰੀਜ਼ਨ ਹੈ, ਜਿੱਦਾਂ ਮੈਂ ਸ਼ੁਰੂ ਕਿਹਾ, ਕਿ ਉਹ ਇੱਕ ਲਿਬਰੇਟਰ ਆਫ ਪ੍ਰਿਜ਼ਨਰ ਸਨ। ਜਿਹੜੇ ਪ੍ਰਿਜ਼ਨਰ ਸਨ ਉਹਨਾਂ ਨੂੰ ਲਿਬਰੇਟ ਕਰਾਇਆ, ਔਰ ਇਸੇ ਲਈ ਉਹਨਾਂ ਦਾ ਨਾਂ ਬੰਦੀ ਛੋੜ ਪਿਆ। ਔਰ ਅੱਜ 400 ਸਾਲ ਦੇ ਲਗਭਗ ਹੋ ਗਏ ਨੇ, ਔਰ ਉਹ ਜਿਹੜੀ ਟ੍ਰੈਡੀਸ਼ਨ ਹੈ ਕਿ ਜਦੋਂ ਗੁਰੂ ਸਾਹਿਬ ਉੱਥੋਂ ਗਵਾਲੀਅਰ ਤੋਂ ਅੰਮ੍ਰਿਤਸਰ ਸੰਗਤ ਦੇ ਨਾਲ ਆਏ ਨੇ, ਤਾਂ ਉਸ ਵਕਤ ਸਾਰੀ ਸੰਗਤ ਨੇ, ਅੰਮ੍ਰਿਤਸਰ ਦੇ ਸ਼ਹਿਰ ਦੇ ਵਾਸੀਆਂ ਨੇ, ਹੋਰ ਪੰਜਾਬ ਦੇ ਲੋਕਾਂ ਨੇ ਉੱਥੇ ਜਾ ਕੇ ਉਹਨਾਂ ਦਾ ਸਵਾਗਤ ਕੀਤਾ, ਔਰ ਉਹਨਾਂ ਦੇ ਸਤਿਕਾਰ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਦੀਪਮਾਲਾ ਕੀਤੀ। ਇਸੇ ਤੋਂ ਦੀਪ ਤੋਂ, ਦੀਵੇ ਤੋਂ ਹੀ ਵਰਡ ਦੀਵਾਲੀ ਬਣਿਆ। ਤੇ ਉੱਥੇ ਮੋਮਬੱਤੀਆਂ, ਲੈਂਪਸ ਔਰ ਸਟ੍ਰਿੰਗਸ ਆਫ ਲਾਈਟਸ, ਜੋ ਕੁਝ ਵੀ ਡੋਮਸ ਦੇ ਉੱਤੇ, ਔਰ ਹੋਰ ਪਟਾਕੇ ਚਲਾਉਣ ਦਾ ਜੋ ਵੀ ਥੋੜਾ ਬਹੁਤ ਉਸ ਵਕਤ ਉਹ ਆਪਣੇ ਮਨ ਦੀ ਸ਼ਰਧਾ ਔਰ ਖੁਸ਼ੀ ਜ਼ਾਹਰ ਕਰ ਸਕਦੇ ਸਨ, ਉਹ ਉਹਨਾਂ ਨੇ ਕੀਤੀ। ਸੋ ਉਸ ਤੋਂ ਬਾਅਦ ਸਿੱਖ ਪਾਰਟਿਕੂਲਰਲੀ ਦੀਵਾਲੀ ਨੂੰ ਵੀ ਮਨਾਉਂਦੇ ਨੇ। ਦੀਵਾਲੀ ਨੂੰ ਮਨਾਉਣਾ ਕੋਈ ਮਾੜੀ ਗੱਲ ਨਹੀਂ ਹੈ, ਉਹ ਵੀ ਠੀਕ ਹੈ। ਉਸ ਦੇ ਪਿੱਛੇ ਇੱਕ ਇਤਿਹਾਸ ਹੈ। ਸ਼੍ਰੀ ਰਾਮਚੰਦਰ ਜੀ ਮਹਾਰਾਜ ਜਦੋਂ ਆਏ ਸਨ ਬਨਵਾਸ ਤੋਂ, ਉਹਦੇ ਨਾਲ ਸੰਬੰਧਿਤ ਦੀਵਾਲੀ ਮਨਾਈ ਜਾਂਦੀ ਹੈ, ਠੀਕ ਹੈ, ਸਿੱਖ ਵੀ ਮਨਾਉਂਦੇ ਨੇ, ਉਹ ਮਨਾਉਣੀ ਵੀ ਚਾਹੀਦੀ ਹੈ। ਪਰ ਸਾਡੇ ਲਈ ਇਸ ਤੋਂ ਵੱਡਾ ਕਾਰਨ ਇਹ ਹੈ ਕਿ ਉਸ ਦਿਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ 52 ਸ਼ਹਿਜ਼ਾਦਿਆਂ ਨੂੰ ਛੁਡਵਾ ਕੇ ਆਪ ਵਾਪਸ ਅੰਮ੍ਰਿਤਸਰ ਪੁੱਜੇ ਸਨ, ਔਰ ਦਰਬਾਰ ਸਾਹਿਬ ਵਿੱਚ ਉਹਨਾਂ ਦਾ ਸਵਾਗਤ ਔਰ ਕੀਤਾ ਗਿਆ ਸੀ। ਇਸ ਕਰਕੇ ਸਾਡੇ ਲਈ ਇਹ ਜ਼ਿਆਦਾ ਮਹੱਤਵਪੂਰਨ ਇੱਕ ਤਿਉਹਾਰ ਹੈ ਜਾਂ ਖੁਸ਼ੀ ਦਾ ਦਿਨ ਵੀ ਹੈ। ਇਹ ਇੱਕ ਉਸ ਸਮੇਂ ਦਾ ਇਤਿਹਾਸ। ਹਾਂਜੀ, ਚੋਲਾ ਸਾਹਿਬ ਨੇ ਜਿਹੜੇ ਗੁਰੂ ਸਾਹਿਬ ਨੇ ਉਸ ਵਕਤ ਤਿਆਰ ਕਰਾ ਕੇ, ਉਸ ਦੇ ਨਾਲ 52 ਯਾਨੀ 52 ਉਸ ਦੇ ਪੈਨਲ ਸਨ ਜਾਂ ਕਲੀਆਂ ਸੀ, ਜਿਨ੍ਹਾਂ ਨੂੰ ਫੜ ਕੇ ਉਹ ਉਹਨਾਂ ਦੇ ਨਾਲ ਉਹ ਸ਼ਹਿਜ਼ਾਦੇ ਬਾਹਰ ਆਏ। ਇਹ ਇੱਥੇ ਚੋਲਾ ਸਾਹਿਬ ਦੇ ਵਿੱਚ ਰੱਖਿਆ ਹੋਇਆ ਹੈ। ਇਹ ਪੇਂਟਿੰਗ ਹੈ ਕਿਸੇ ਨੇ ਬਣਾਈ ਕਿ ਪਿੱਛੇ ਗਵਾਲੀਅਰ ਦਾ ਕਿਲਾ ਦਾ ਦਰਵਾਜ਼ਾ ਦਿਖਾਇਆ ਗਿਆ ਹੈ ਕਿ ਉੱਥੋਂ ਪਿਛਲੇ ਪਾਸੇ ਉਹ ਜਿਹੜੇ ਪ੍ਰਿੰਸ ਸਨ ਉਹ ਉਹਨੂੰ ਪਕੜ ਕੇ ਆ ਰਹੇ ਨੇ, ਅੱਗੇ ਗੁਰੂ ਸਾਹਿਬ ਜਾ ਰਹੇ ਨੇ, ਔਰ ਸੰਗਤ ਉਹਨਾਂ ਦੇ ਅੱਗੇ ਨਮਸਕਾਰ ਕਰ ਰਹੀ ਹੈ। ਸੋ ਇਹ ਤਾਂ ਪੇਂਟਿੰਗਸ ਨੇ ਆਪਣੀ ਸ਼ਰਧਾ ਅਨੁਸਾਰ ਸੰਗਤ ਨੇ, ਲੋਕਾਂ ਨੇ ਬਣਾਈਆਂ ਹੋਈਆਂ ਨੇ। ਉਸ ਵਕਤ ਕੋਈ ਫੋਟੋਗ੍ਰਾਫੀ ਤਾਂ ਸੀ ਨਹੀਂ, ਪਰ ਫਿਰ ਵੀ ਇਹ ਕਾਫੀ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰ ਸਕਦੀਆਂ ਨੇ। ਸੋ ਇਹ ਹੁਣ ਜਿਹੜੀ ਦੀਵਾਲੀ ਅੰਮ੍ਰਿਤਸਰ ਦੇ ਵਿੱਚ ਮਨਾਈ ਜਾਂਦੀ ਹੈ ਬੰਦੀ ਛੋੜ ਦਿਵਸ ਦੇ ਉੱਤੇ, ਉਸ ਦੀ ਡੈਕੋਰੇਸ਼ਨ ਦਾ ਇੱਕ ਰੀਸੈਂਟ ਯਾਨੀ ਫੋਟੋਗ੍ਰਾਫ ਹੈ। ਸੋ ਤਾਈਓ ਦੁਨੀਆ ਦੇ ਉੱਤੇ ਲੋਕੀ ਕਹਿੰਦੇ ਨੇ, ਇੱਕ ਕਹਾਵਤ ਬਣੀ ਹੋਈ ਹੈ ਕਿ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਤੇ ਦੀਵਾਲੀ ਜੇ ਕਿਸੇ ਨੇ ਦੇਖਣੀ ਹੈ ਤੇ ਵਾਕਈ ਉਹ
ਅੰਮ੍ਰਿਤਸਰ ਦੇ ਵਿੱਚ ਜਿੰਨੀ ਖੂਬਸੂਰਤ ਕਿਤੇ ਨਹੀਂ ਹੋ ਸਕਦੀ, ਔਰ ਸਾਡੇ ਲਈ ਤੇ ਖਾਸ ਤੌਰ ਤੇ, ਕਿਉਂਕਿ ਉਹਦੇ ਨਾਲ ਸਾਡੀ ਸ਼ਰਧਾ ਵੀ ਆਪਣੇ ਗੁਰੂ ਦੇ ਪ੍ਰਤੀ ਜੁੜੀ ਹੋਈ ਹੈ। ਜਿੱਥੇ ਗੁਰੂ ਸਾਹਿਬ ਕਿਲੇ ਦੇ ਅੰਦਰ, ਗਵਾਲੀਅਰ ਦੇ ਕਿਲੇ ਦੇ ਅੰਦਰ ਰਹੇ ਸਨ ਕੁਛ ਮਹੀਨੇ, ਉੱਥੇ ਹੁਣ ਇੱਕ ਉਹਨਾਂ ਦੀ ਯਾਦਗਾਰ ਦੇ ਤੌਰ ਤੇ ਇੱਕ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਦੇ ਵਿੱਚ ਬਣਾਇਆ ਗਿਆ ਉਸ ਕਿਲੇ ਦੇ ਅੰਦਰ। ਇਹ ਇੱਕ ਰੀਸੈਂਟ ਫੋਟੋਗ੍ਰਾਫ ਹੈ ਉਸ ਗੁਰਦੁਆਰਾ ਸਾਹਿਬ ਦੀ, ਗਵਾਲੀਅਰ ਦੇ ਕਿਲੇ ਦੇ ਅੰਦਰ ਦੀ। ਸੋ ਇਸ ਦੇ ਵਿੱਚ ਇੱਕ ਖਾਸ ਗੱਲ ਤੁਸੀਂ ਦੇਖੋ ਕਿ ਇੱਕ ਬੰਦੀ ਛੋੜ ਦੇ ਪਹਿਲੇ ਇੱਕ ਵਰਡ ਹੈ ਦਾਤਾ, ਦਾਤਾ ਬੰਦੀ ਛੋੜ। ਇਹ ਦਾਤਾ ਵਰਡ ਜਿਹੜਾ ਹੈ ਇਹ ਬੜਾ ਸਿੰਬੋਲਿਕ ਔਰ ਇੰਪੋਰਟੈਂਟ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਵਰਤਿਆ ਗਿਆ ਕਿ ਉਹਨਾਂ ਨੇ ਉਹਨਾਂ ਨੂੰ ਜਿਹੜੇ ਉੱਥੇ ਇਨੋਸੈਂਟ ਲੋਕ, ਖਾਸ ਤੌਰ ਤੇ ਜਿਨ੍ਹਾਂ ਦੇ ਉੱਤੇ ਸਿਰਫ ਸ਼ੱਕ ਕੀਤਾ ਗਿਆ ਸੀ, ਉਹਨਾਂ ਨੇ ਕੋਈ ਰਿਵੋਲਟ ਕੀਤਾ ਨਹੀਂ ਸੀ, ਉਹਨਾਂ ਤੇ ਸ਼ੱਕ ਕੀਤਾ ਗਿਆ ਸੀ ਕਿ ਸ਼ਾਇਦ ਇਹ ਕੱਲ ਨੂੰ ਇਕੱਠੇ ਹੋ ਕੇ ਤੇ ਮੁਗਲ ਬਾਦਸ਼ਾਹਤ ਨੂੰ ਖਤਮ ਨਾ ਕਰ ਦੇਣ, ਰਿਵੋਲਟ ਨਾ ਕਰ ਦੇਣ। ਉਸ ਸਸਪੀਸ਼ਨ ਦੇ ਉੱਤੇ ਉਹਨਾਂ ਨੂੰ ਉੱਥੇ ਅੰਦਰ ਡਿਟੇਨ ਕੀਤਾ ਗਿਆ ਸੀ। ਉਹਨਾਂ ਦੀ ਰਿਹਾਈ ਨੂੰ ਦੇਣ ਵਾਲੇ ਦਾਤਾ, ਉਹਨਾਂ ਨੂੰ ਰਿਹਾ ਕਰਾਉਣ ਵਾਲੇ ਦਾਤਾ ਗੁਰੂ ਹਰਗੋਬਿੰਦ ਸਾਹਿਬ ਸੀ, ਔਰ ਇਸੇ ਲਈ ਉਹਨਾਂ ਨੂੰ ਦਾਤਾ ਬੰਦੀ ਛੋੜ ਕਿਹਾ ਗਿਆ। ਔਰ ਇਹ ਗੁਰਦੁਆਰਾ ਦਾ ਇਹ ਉੱਥੇ ਸਥਾਪਿਤ ਹੈ, ਔਰ ਇਹਦਾ ਨਾਂ ਵੀ ਗੁਰਦੁਆਰਾ ਦਾਤਾ ਬੰਦੀ ਛੋੜ ਹੈ। ਜਿਹੜਾ ਹੁਣ ਇਹ ਤਾਂ ਇਸ ਦਾ ਇਤਿਹਾਸ ਹੈ, ਇਸ ਦੇ ਵਿੱਚ ਥੋੜੀ ਬਹੁਤ ਵੇਰੀਏਸ਼ਨ ਡਿਫਰੈਂਟ ਹਿਸਟੋਰੀਅਨਸ ਕਰਦੇ ਨੇ, ਕੋਈ ਕਿਸੇ ਤਰੀਕੇ ਨਾਲ ਉਸ ਨੂੰ ਪੇਸ਼ ਕਰਦਾ, ਕੋਈ ਕਿਸੇ ਤਰੀਕੇ ਨਾਲ, ਆਪਾਂ ਉਸ ਵਿੱਚ ਨਹੀਂ ਜਾਂਦੇ। ਮੈਂ ਤਾਂ ਜਿਹੜਾ ਸਭ ਤੋਂ ਜ਼ਿਆਦਾ ਪ੍ਰਚਲਿਤ ਔਰ ਅਸੈਪਟਡ ਜਿਹੜਾ ਵਰਸ਼ਨ ਹੈ ਉਹਦੇ ਮੁਤਾਬਕ ਆਪ ਜੀ ਨਾਲ ਗੱਲ ਕੀਤੀ ਹੈ, ਕਿਉਂਕਿ ਆਈ ਐਮ ਨਾਟ ਅ ਹਿਸਟੋਰੀਅਨ, ਮੇਰਾ ਤੇ ਸਬਜੈਕਟ ਕੁਝ ਹੋਰ ਹੈ। ਪਰ ਮੇਰੇ ਖਿਆਲ 'ਚ ਇਸ ਬੰਦੀ ਛੋੜ ਦਿਵਸ ਔਰ ਇਸ ਵਰਡ ਦੀ ਕੁਝ ਹੋਰ ਵੀ ਇੰਪਲੀਕੇਸ਼ਨਸ ਹੈਗੀਆਂ ਨੇ। ਇਹ ਸਿਰਫ ਇੱਕ ਘਟਨਾ ਹੀ ਨਹੀਂ ਹੈ, ਇਹ ਇੱਕ ਬੜਾ ਵੱਡਾ ਸਾਡੇ ਲਈ ਇੱਕ ਸਿੱਖਣ ਦਾ ਕੁਝ ਮੌਕਾ ਹੈ। ਗੁਰੂ ਸਾਹਿਬ ਜਿਹੜੇ ਸਨ ਉਹਨਾਂ ਨੇ ਹਿਊਮਨ ਰਾਈਟਸ ਦੇ ਵਾਸਤੇ ਫਾਈਟ ਕੀਤੀ। ਹਿਊਮਨ ਰਾਈਟਸ ਦੇ ਲਈ ਪਹਿਲੇ ਵੀ ਜਿਹੜੇ ਪੰਜ ਗੁਰੂ ਸਾਹਿਬ ਸਨ ਉਹਨਾਂ ਨੇ ਸ਼ਹਾਦਤਾਂ ਵੀ ਦਿੱਤੀਆਂ, ਲਿਖਿਆ ਵੀ, ਬਾਣੀ ਵੀ, ਔਰ ਐਗਜ਼ਾਮਪਲ ਵੀ ਆਪਣੇ ਜੀਵਨ 'ਚੋਂ ਉਹਨਾਂ ਨੇ ਦੁਨੀਆ ਦੇ ਸਾਹਮਣੇ ਪੇਸ਼ ਕੀਤੇ, ਪਹਿਲੇ ਪੰਜ ਗੁਰੂ ਸਾਹਿਬ ਨੇ ਵੀ। ਔਰ ਈਵਨ ਗੁਰੂ ਨਾਨਕ ਸਾਹਿਬ ਨੇ ਵੀ ਬਹੁਤ ਕੁਝ ਹਿਊਮਨ ਰਾਈਟਸ ਦੇ ਲਈ ਕੀਤਾ। ਈਵਨ ਫ੍ਰੈਂਚ ਰੈਵੋਲੂਸ਼ਨ ਬਾਅਦ 'ਚ ਆਇਆ, ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਮਨੁੱਖੀ ਸੈਲਫ ਰਿਸਪੈਕਟ ਲਈ ਲਿਖੀਆਂ, ਇਕੁਐਲਿਟੀ ਲਈ ਲਿਖੀਆਂ, ਉਹ ਗੱਲਾਂ ਪਹਿਲੇ ਆਈਆਂ। ਇਸੇ ਤਰ੍ਹਾਂ ਯੂਰਪ ਦੇ ਵਿੱਚ ਡਿਕਾਰਟਸ, ਸਪਾਈਨੋਜ਼ਾ, ਹੋਰ ਵੱਡੇ ਵੱਡੇ ਫਿਲਾਸਫਰ ਹੋਏ ਨੇ, ਲੇਕਿਨ ਉਹ ਸਾਰੇ ਫਿਲਾਸਫਰ ਬਾਅਦ 'ਚ ਆਏ ਨੇ। ਗੁਰੂ ਸਾਹਿਬ ਨੇ ਹਿਊਮਨ ਰਾਈਟਸ ਦੀ ਗੱਲ ਪਹਿਲੇ ਕੀਤੀ ਹੈ। ਔਰ ਇਹ ਜਿਹੜੇ ਟਰੈਵਲਰਸ ਇੰਡੀਆ ਤੋਂ ਯੂਰਪ ਵਿੱਚ, ਮਿਡਲ ਈਸਟ ਵਿੱਚ ਜਾਂਦੇ ਰਹੇ, ਗੁਰੂ ਸਾਹਿਬ ਦੀ ਬਾਣੀ ਔਰ ਉਹਨਾਂ ਦੇ ਵਿਚਾਰ ਇੰਡੀਆ ਤੋਂ ਟਰੈਵਲ ਕੀਤੇ ਨੇ। ਗੁਰੂ ਸਾਹਿਬ ਨੇ ਕਿਸੇ ਦੀ ਨਕਲ ਨਹੀਂ ਕੀਤੀ, ਬਲਕਿ ਲੋਕਾਂ ਨੇ, ਫਿਲਾਸਫਰਸ ਨੇ ਉਹਨਾਂ ਤੋਂ ਵਿਚਾਰ ਲਏ ਨੇ, ਔਰ ਉਹਨਾਂ ਤੋਂ ਅੱਗੇ ਦੁਨੀਆ ਤੇ ਵੱਡੇ ਵੱਡੇ ਰੈਵੋਲੂਸ਼ਨਸ ਹੋਏ, ਵੱਡੇ ਵੱਡੇ ਫਿਲਾਸਫਰਸ ਆਏ। ਸੋ ਉਦੋਂ ਤੋਂ ਇਹ ਪ੍ਰਥਾ ਚੱਲੀ ਆ ਰਹੀ ਹੈ। ਪਰ ਉਸੇ ਪ੍ਰਥਾ ਦੇ ਮੁਤਾਬਕ ਇੱਕ ਐਗਜ਼ਾਮਪਲ ਹੋਰ ਸਾਡੇ ਸਾਹਮਣੇ ਆਉਂਦਾ ਹੈ ਕਿ ਗੁਰੂ 6ਵੇਂ ਪਾਤਸ਼ਾਹ ਨੇ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਇੱਕ ਪ੍ਰੈਕਟੀਕਲ ਐਗਜ਼ਾਮਪਲ ਸਾਡੇ ਸਾਹਮਣੇ ਪੇਸ਼ ਕੀਤਾ। ਉਹਨਾਂ ਨੇ ਗਵਾਲੀਅਰ ਦੇ ਕਿਲੇ ਤੋਂ ਇਕੱਲੇ ਵੀ ਵਾਪਸ ਆ ਸਕਦੇ ਸਨ। ਜਿਸ ਵਕਤ ਉਹਨਾਂ ਦੇ ਲਈ ਬਾਬਾ ਬੁੱਢਾ ਜੀ ਨੇ ਜਾਂ ਭਾਈ ਸਾਈਂ ਮੀਆਂ ਮੀਰ ਨੇ ਜਾਂ ਹੋਰ ਲੋਕਾਂ ਨੇ ਕਿਹਾ ਕਿ ਉਹ ਤਾਂ ਤੁਹਾਡੇ ਵੈਲਫੇਅਰ ਲਈ ਇੱਥੇ ਆਏ ਨੇ, ਤੁਸੀਂ ਉਹਨਾਂ ਨੂੰ ਇੱਥੇ ਕਿਉਂ ਰੱਖਿਆ? ਉਸ ਵਕਤ ਉਹ ਇਕੱਲੇ ਵੀ ਆ ਸਕਦੇ ਸਨ ਜਦ ਉਹਨਾਂ ਦੇ ਰਿਹਾਈ ਦੇ ਹੁਕਮ ਹੋਏ। ਪਰ ਉਹਨਾਂ ਨੇ ਇਹ ਸੋਚਿਆ ਕਿ ਮੈਂ ਇਕੱਲਾ ਤੇ ਚਲਾ ਹੀ ਜਾਵਾਂਗਾ,
ਪਰ ਇਹ ਜਿਹੜੇ ਨਾਲ ਹੋਰ ਇੱਥੇ ਇਨੋਸੈਂਟ ਲੋਕ ਅੰਦਰ ਕੈਦ ਕੀਤੇ ਹੋਏ ਨੇ, ਇਹਨਾਂ ਨੂੰ ਵੀ ਛੁਡਾਉਣਾ ਚਾਹੀਦਾ। ਇਹਨਾਂ ਦੇ ਵੀ ਕੁਝ ਰਾਈਟਸ ਨੇ। ਸਸਪੀਸ਼ਨ ਬੇਸ ਦੇ ਉੱਤੇ ਤੁਸੀਂ ਕਿਸੇ ਨੂੰ ਡਿਟੇਨ ਨਹੀਂ ਕਰ ਸਕਦੇ ਜਦ ਤੱਕ ਕੋਈ ਉਹਨਾਂ ਨੇ ਤੁਹਾਡੇ ਖਿਲਾਫ ਕੁਝ ਕੀਤਾ ਨਾ ਹੋਵੇ। ਤਾਂ ਮੈਂ ਇਸ ਨੂੰ ਇਦਾਂ ਦੇਖਦਾ ਕਿ ਹੀ ਫੌਟ ਫॉर द ਪ੍ਰੋਟੈਕਸ਼ਨ ਆਫ ਦ ਹਿਊਮਨ ਰਾਈਟਸ ਬ੍ਰੇਵਲੀ। ਔਰ ਦਿਸ ਇਜ਼ ਐਨ ਐਗਜ਼ਾਮਪਲ ਕਿ ਇਸ ਤਰੀਕੇ ਨਾਲ ਉਹਨਾਂ ਨੇ ਇੱਕ ਐਗਜ਼ਾਮਪਲ ਦੁਨੀਆ ਦੇ ਸਾਹਮਣੇ ਸੈੱਟ ਕੀਤਾ ਕਿ ਸੈਲਫਿਸ਼ ਨਹੀਂ ਸਾਨੂੰ, ਉਹਨਾਂ ਨੇ ਦੂਸਰਿਆਂ ਦੇ ਬਾਰੇ ਵੀ ਸੋਚਿਆ। ਦੂਸਰੀ ਗੱਲ ਹੈ ਕਿ ਉਹਨਾਂ ਨੇ ਹਿਊਮਨ ਮਾਈਂਡ ਦੇ ਅੰਦਰ ਜਿਹੜੀਆਂ ਬੁਰਾਈਆਂ ਨੇ, ਇਲ-ਵਿਲ ਹੈ, ਉਸ ਤੋਂ ਵੀ ਸਾਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਮੁਸਲਮਾਨ ਹੈ, ਇਹ ਹਿੰਦੂ ਹੈ, ਇਹ ਕੋਈ ਹੋਰ ਜਾਤ ਹੈ, ਕੋਈ ਇਲ-ਵਿਲ ਦੀ ਗੱਲ ਨਹੀਂ ਉਹਨਾਂ ਨੇ ਕੀਤੀ। ਉਹਨਾਂ ਨੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਵਾਲਾ ਜਿਹੜਾ ਪ੍ਰਿੰਸੀਪਲ ਸੀ ਗੁਰਬਾਣੀ ਦਾ, ਉਸ ਨੂੰ ਉਹਨਾਂ ਨੇ ਅਪਹੋਲਡ ਕੀਤਾ। ਔਰ ਬੰਦਿਸ਼ ਜਿਹੜੀ ਸੀ, ਗੁਲਾਮੀ ਜਿਹੜੀ ਸੀ, ਉਹ ਇਸ ਛੋਟੇ ਵਿਚਾਰਾਂ ਤੋਂ ਵੀ ਉਹਨਾਂ ਨੇ ਸਾਨੂੰ ਮੁਕਤੀ ਦਵਾਈ। ਇਹ ਵੀ ਕਿਹਾ ਕਿ ਇਲੂਮੀਨੇਸ਼ਨ ਜਿਹੜੀ ਹੈ ਉਹ ਸਿਰਫ ਬਾਹਰਲੀ ਨਹੀਂ ਹੈ ਕਿ ਅਸੀਂ ਘਰਾਂ ਨੂੰ ਜਾਂ ਬਿਲਡਿੰਗਸ ਨੂੰ ਇਲੂਮੀਨੇਟ ਕਰ ਲਈਏ, ਉਹ ਵੀ ਚਲੋ ਜ਼ਰੂਰੀ ਹੈ, ਅੱਛੀ ਗੱਲ ਹੈ, ਪਰ ਸਾਡੇ ਅੰਦਰ ਵੀ ਇੱਕ ਇਲੂਮੀਨੇਸ਼ਨ ਹੋਣੀ ਚਾਹੀਦੀ ਹੈ। Illumination should not be just outside, it should also be inside us. ਔਰ ਡਾਰਕਨੈਸ ਜਿਹੜੀ ਹੈ ਸਾਡੇ ਅੰਦਰੋਂ, ਉਹ ਹੈ ਇਲ-ਵਿਲ ਕਰਕੇ, ਇਗਨੋਰੈਂਸ ਕਰਕੇ, ਔਰ ਸੁਪਰਸਟੀਸ਼ਨਸ ਕਰਕੇ, ਮੇਰ ਤੇਰ ਕਰਕੇ। ਮੈਂ ਕੋਈ ਹੋਰ ਆ, ਤੁਸੀਂ ਕੋਈ ਹੋਰ ਹੋ, ਮੈਨੂੰ ਤੁਹਾਡੇ ਨਾਲ ਨਫ਼ਰਤ ਹੈ, ਇਹ ਗੱਲਾਂ ਛੱਡ ਕੇ ਇਹ ਸਭ ਕੁਝ ਉਹਨਾਂ ਨੇ ਕਿਹਾ ਕਿ ਅੰਦਰੋਂ ਆਪਣੇ ਆਪ ਨੂੰ ਇਲੂਮੀਨੇਟ ਕਰੋ, ਇਗਨੋਰੈਂਸ ਤੋਂ ਛੁਟਕਾਰਾ ਪਾਓ, ਅਗਿਆਨਤਾ ਤੋਂ ਔਰ ਸੁਪਰਸਟੀਸ਼ਨਸ ਤੋਂ। ਇਹ ਵੀ ਇਹ ਬੰਦੀ ਛੋੜ ਦਿਵਸ ਦਾ ਇੱਕ ਸੰਦੇਸ਼ ਨੇ। ਤੁਸੀਂ ਦੇਖੋ ਬਾਣੀ 'ਚ ਇੱਕ ਜਗ੍ਹਾ ਤੇ ਆਂਦਾ ਹੈ, ਇੱਕ ਮੈਂ ਪੋਹ ਨਾ ਸਕੇ ਜਮ ਕਾਲ ਸੱਚਾ ਰਖਵਾਲਿਆ। ਜਿਹੜਾ ਪਰਮਾਤਮਾ ਹੈ ਉਹ ਸਾਡੀ ਰੱਖਿਆ ਕਰਦਾ, ਕੋਈ ਜਮ, ਕੋਈ ਦੁਸ਼ਟ, ਕੋਈ ਬੁਰਾਈ ਸਾਡਾ ਕੁਛ ਨਹੀਂ ਵਿਗਾੜ ਸਕਦੀ। ਗੁਰ ਸਾਖੀ ਜੋਤ ਜਗਾਏ ਦੀਵਾ ਬਾਲਿਆ। ਗੁਰੂ ਦੀ ਬਾਣੀ ਹੈ ਉਸ ਜਗਾਈ। ਅਸੀਂ ਆਪਣੇ ਅੰਦਰ ਗੁਰੂ ਸਾਹਿਬ ਨੇ ਕਿਹਾ ਕਿ ਗੁਰ ਸਾਖੀ ਜੋਤ ਜਗਾਏ, ਆਪਣੇ ਅੰਦਰ ਜੋਤ ਜਗਾਓ ਔਰ ਉਹ ਜਿਹਾ ਦੀਵਾ ਆਪਣੇ ਅੰਦਰ ਮਨ ਵਿੱਚ ਜਗਾਓ ਜਿਸ ਦੇ ਨਾਲ ਕਿ ਗੁਰੂ ਦੀ ਸਿੱਖਿਆ ਨਾਲ ਉਹ ਲੈਂਪ ਜਗਾਓ ਕਿ ਜਿਸ ਦੇ ਨਾਲ ਸਾਡੀਆਂ ਅੰਦਰਲੀਆਂ ਬੁਰਾਈਆਂ, ਅਗਿਆਨਤਾ, ਇਗਨੋਰੈਂਸ, ਉਸ ਅੰਧੇਰਾ ਵੀ ਸਾਡਾ ਦੂਰ ਹੋਵੇ। ਇਹ ਹੈ ਉੱਤਮ ਆਦੇਸ਼ ਗੁਰਬਾਣੀ ਦਾ ਜਿਹੜਾ ਅੱਜ ਦੇ ਦਿਨ ਨਾਲ ਸੰਬੰਧਿਤ ਹੈ। ਅੱਜ ਸਵੇਰੇ ਵੀ ਜਿਸ ਵਕਤ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਾਣੀ ਦਾ ਪ੍ਰਸਾਰਣ ਹੋ ਰਿਹਾ ਸੀ, ਉਸ ਵਕਤ ਵੀ ਇਹ ਦੇਖੋ ਚੰਦੋਆ ਸਾਹਿਬ ਦੇ ਉੱਤੇ ਲਿਖਿਆ ਹੋਇਆ, ਕਿਸੇ ਨੇ ਆਪਣੀ ਸ਼ਰਧਾ ਨਾਲ ਚੰਦੋਆ ਕਿਸੇ ਨੇ ਉੱਤੇ ਭੇਟਾ ਕੀਤਾ ਹੈ, ਦੀਵਾਲੀ ਦੀ ਰਾਤ ਦੀਵੇ ਬਾਲੇਨ। ਇਸ ਨੂੰ ਸ਼ਬਦ ਨੂੰ ਮੈਂ ਅੱਗੇ ਤੁਸੀਂ ਦੇਖਿਆ ਹੋਏਗਾ, ਇਸ ਤੋਂ ਮੈਂ ਅੱਗੇ ਸ਼ੋਅ ਕਰ ਰਿਹਾ। ਤੇ ਪੂਰਾ ਸ਼ਬਦ ਇਹ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੇਨ, ਤਾਰੇ ਜਾਤ ਸਨਾਤ ਅੰਬਰ ਪਾਲੀਆਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ, ਤੀਰਥ ਜਾਤੀ ਜਾਤ ਨੈਣ ਨਿਹਾਲੀਆਂ, ਹਰ ਚੰਦੌਰੀ ਚਾਤ ਵਸਾਏ ਉਜਾਲਿਆਂ। ਔਰ ਅਖੀਰ ਤੇ ਗੁਰੂ ਸਾਹਿਬ ਕਹਿੰਦੇ ਨੇ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲਿਆ। ਸੋ ਇਹ ਜਿਹੜੀ ਹੈ ਇਹ ਭਾਈ ਗੁਰਦਾਸ ਜੀ ਦੀ 6ਵੀਂ ਵਾਰ ਚੋਂ ਹੈ। ਪਤਾ ਨਹੀਂ ਕਿ ਇਹ ਉਹਨਾਂ ਨੇ ਰਚਨਾ ਗੁਰੂ ਸਾਹਿਬ ਜਦੋਂ ਵਾਪਸ ਆਏ ਨੇ ਉਸ ਤੋਂ ਬਾਅਦ ਕੀਤੀ ਹੈ ਜਾਂ ਪਹਿਲੇ ਕੀਤੀ ਹੈ, ਇਹ ਤਾਂ ਮੈਂ ਨਹੀਂ ਦੱਸ ਸਕਦਾ। ਸ਼ਾਇਦ ਸੰਗਤ ਚੋਂ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਦੱਸੋ।
ਪਰ ਇਹ ਜਿਹੜੀ ਉਹਨਾਂ ਦੀ ਲਿਖਤ ਹੈ, ਉਹ ਇੱਕ ਗੱਲ ਸਾਬਤ ਹੁੰਦੀ ਹੈ ਕਿ ਦੀਵਾਲੀ ਪਹਿਲੇ ਵੀ ਮਨਾਈ ਜਾਂਦੀ ਸੀ। ਔਰ ਉਹਦੀ ਪ੍ਰਥਾ, ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਸਾਡੇ ਦੂਸਰੇ ਵੀਰ ਹਿੰਦੂ ਭਰਾ ਜਿਹੜੇ ਨੇ, ਉਹ ਉਹਦੇ ਕਰਕੇ ਸ਼੍ਰੀ ਰਾਮਚੰਦਰ ਜੀ ਦੇ ਬਨਵਾਸ ਤੋਂ ਵਾਪਸ ਆਉਣ ਕਰਕੇ ਉਹ ਟ੍ਰੈਡੀਸ਼ਨ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ। ਦੀਵਾਲੀ ਪਹਿਲੇ ਵੀ ਸੀ, ਪਰ ਗੁਰੂ ਸਾਹਿਬ ਇਹ ਕਹਿ ਰਹੇ ਨੇ, ਨਾ ਇੱਥੇ ਗੁਰੂ ਸਾਹਿਬ ਨਹੀਂ ਹੈ, ਭਾਈ ਗੁਰਦਾਸ ਜੀ ਜਿਹੜੇ ਨੇ, ਉਹ ਇਹ ਕਹਿ ਰਹੇ ਨੇ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਨੇ, ਕਹਿ ਰਹੇ ਨੇ, ਔਰ ਲੋਕੀ ਉਸ ਵਿੱਚ ਫੁੱਲ ਚੁਗਦੇ ਨੇ, ਕਈ ਤਰ੍ਹਾਂ ਦੇ ਤਾਰਿਆਂ ਦੇ ਵੱਲ ਵੀ ਸਟਾਰਸ ਜਿਹੜੇ ਨੇ ਕਿਸਮ ਕਿਸਮ ਦੇ, ਉਹ ਵੀ ਅਸਮਾਨ ਦੇ ਵਿੱਚ ਉਸ ਰਾਤ ਹੁੰਦੇ ਨੇ, ਔਰ ਲੋਕੀ ਫੁੱਲਾਂ ਦੀ ਬਾਗਾਤ ਹੈ, ਉਸ ਕਈ ਤਰ੍ਹਾਂ ਦੇ ਫੁੱਲ ਚੁਣ ਕੇ ਭੇਟ ਕਰਦੇ ਨੇ ਆਪਣੇ ਦੇਵੀ ਦੇਵਤਿਆਂ ਨੂੰ, ਪਿਲਗ੍ਰਿਮੇਜ ਤੇ ਵੀ ਜਾਂਦੇ ਨੇ, ਕਈ ਕੁਝ ਕਰਦੇ ਨੇ। ਪਰ ਉਹਨਾਂ ਨੇ, ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਕਿ ਜਿਹੜੇ ਗੁਰਮੁਖ ਨੇ, ਗੁਰੂ ਦੇ ਜਿਹੜੇ ਸ਼ਰਧਾਲੂ ਸਿੱਖ ਨੇ, ਉਹ ਇਹਨਾਂ ਚੀਜ਼ਾਂ ਨੂੰ ਮੋਮੈਂਟਰੀ ਗਿਣਦੇ ਨੇ। ਇਹ ਇੱਕ ਕਿਸਮ ਦਾ ਟ੍ਰਾਂਜ਼ੀਐਂਟ ਹੈ, ਥੋੜੀ ਦੇਰ ਵਾਸਤੇ ਹੈ। ਇਹ ਰੋਸ਼ਨੀ ਜਿਹੜੀ ਬਾਹਰ ਦੀ ਹੈ, ਇਹ ਥੋੜੀ ਜਿਹੀ ਦੇਰ ਵਾਸਤੇ ਹੈ, ਇੱਕ ਰਾਤ ਹੈ, ਵੱਡੀ ਗੱਲ। ਪਰ ਜਿਹੜੇ ਗੁਰਮੁਖ ਨੇ, ਉਹ ਗੁਰੂ ਦੀ ਸਿੱਖਿਆ, ਉਹਦਾ ਵਰਡ ਜਿਹੜਾ ਉਸਦਾ ਸ਼ਬਦ ਹੈ, ਉਸ ਨੂੰ ਸਮਝ ਕੇ, ਉਹਦੇ ਮੁਤਾਬਕ ਚੱਲ ਕੇ, ਉਹਦੇ ਮੁਤਾਬਕ ਆਪਣਾ ਜੀਵਨ ਜੇ ਬਿਤਾਉਂਦੇ ਨੇ, ਤਾਂ ਉਹ ਇੱਕ ਸਦੀਵੀ ਰੋਸ਼ਨੀ ਉਹਨਾਂ ਦੇ ਅੰਦਰ ਹੈ, ਇੱਕ ਪਰਮਾਨੈਂਟ ਇੱਕ ਗਿਫਟ ਹੈ, ਜਿਹੜੀ ਕਿ ਇੱਕ ਫਲ ਦੇ ਰੂਪ ਵਿੱਚ ਉਹਨਾਂ ਨੂੰ ਗੁਰਬਾਣੀ ਤੋਂ ਮਿਲਦੀ ਹੈ। ਸੋ ਇਸੇ ਤੋਂ ਹੀ ਅਸੀਂ ਕੁਝ ਥੋੜੀ ਜਿਹੀ ਇਹ ਗੱਲ ਕਹਿ ਸਕਦੇ ਹਾਂ ਕਿ ਅਸੀਂ ਦੀਵਾਲੀ ਵੀ ਬੇਸ਼ੱਕ ਮਨਾਈਏ, ਉਸ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਵੀ ਸ਼ੁੱਡ ਕੰਟੀਨਿਊ ਟੂ ਲਿਵ ਵਿਦ ਅਦਰਸ, ਪਰ ਐਟ ਦ ਸੇਮ ਟਾਈਮ ਜਿਸ ਵਕਤ ਅਸੀਂ ਬੰਦੀ ਛੋੜ ਦਿਵਸ ਨੂੰ ਮਨਾਉਂਦੇ ਹਾਂ, ਤੇ ਉਸ ਵਕਤ ਗੁਰੂ ਸਾਹਿਬ ਦਾ ਸਤਿਕਾਰ ਤੇ ਅਸੀਂ ਜ਼ਰੂਰ ਕਰਨਾ ਹੈ। ਬੰਦੀ ਛੋੜ ਦਿਵਸ ਤੇ ਉਸ ਦਾ, ਉਹਨਾਂ ਦੀ ਜੀਵਨ ਦੀਆਂ ਜਿਹੜੀਆਂ ਕੁਰਬਾਨੀਆਂ ਨੇ, ਵਡਿਆਈਆਂ ਨੇ, ਉਹਨਾਂ ਨੂੰ ਵੀ ਯਾਦ ਕਰਨਾ ਹੈ। ਪਰ ਐਟ ਦ ਸੇਮ ਟਾਈਮ ਗੁਰਬਾਣੀ ਵਿੱਚੋਂ ਵੀ ਆਪਣੇ ਅੰਦਰ ਦੇ ਜਿਹੜਾ ਹਨੇਰਾ ਹੈ, ਉਸ ਨੂੰ ਵੀ ਇਲੂਮੀਨੇਟ ਕਰਕੇ ਉਸ ਹਨੇਰੇ ਨੂੰ ਦੂਰ ਕਰਨਾ ਹੈ। ਮੈਂ ਅੰਤ ਵਿੱਚ ਆਪ ਸਭ ਨੂੰ ਗ੍ਰੀਟਿੰਗਸ ਆਪਣੇ ਵੱਲੋਂ ਸ਼ੁਭ ਇੱਛਾਵਾਂ ਇਸ ਮੌਕੇ ਤੇ ਪੇਸ਼ ਕਰਦਾ, ਔਰ ਮੇਰਾ ਇਸ ਦਾ ਸਮ ਅਪ ਕਰਨ ਦਾ ਇੱਕੋ ਸੈਂਟੈਂਸ ਰਹਿ ਗਿਆ, let us illuminate our surroundings outside, but also our minds with our Guru's spiritual wisdom। ਜੋ ਅਧਿਆਤਮਕ ਗਿਆਨ ਸਾਨੂੰ ਗੁਰੂ ਨੇ ਦਿੱਤਾ ਹੈ, ਔਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਾਨੂੰ ਇੱਕ ਦੌਲਤ ਦੇ ਤੌਰ ਤੇ ਦੁਨੀਆ ਦਾ ਖਜ਼ਾਨਾ ਮਿਲਿਆ ਹੈ, ਉਸ ਅਧਿਆਤਮਕ ਗਿਆਨ ਨੂੰ ਹਾਸਲ ਕਰਕੇ ਅਸੀਂ ਜਿੱਥੇ ਬਾਹਰ ਦੀਵੇ ਬਾਲਦੇ ਹਾਂ, ਉੱਥੇ ਆਪਣੇ ਮਨਾਂ ਨੂੰ ਵੀ ਗੁਰਬਾਣੀ ਦੇ ਰੋਸ਼ਨੀ ਨਾਲ ਇਲੂਮੀਨੇਟ। ਇਹਨਾਂ ਸ਼ਬਦਾਂ ਨਾਲ ਮੈਂ ਆਪ ਜੀ ਤੋਂ ਖਿਮਾ ਚਾਹੁੰਦਾ ਹਾਂ, ਅਗਰ ਕੋਈ ਕਮੀ ਰਹਿ ਗਈ ਹੋਵੇ ਤੇ ਆਪ ਉਸ ਨੂੰ ਇਗਨੋਰ ਕਰ ਦੇਣਾ ਜਾਂ ਮੈਨੂੰ ਇਲੂਮੀਨੇਟ ਕਰ ਦੇਣਾ। ਮੇਰੇ ਵੱਲੋਂ ਆਪ ਸਭ ਜੀ ਨੂੰ ਦੁਬਾਰਾ ਗ੍ਰੀਟਿੰਗਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you so much for a very informative discussion lecture। I think बहुत relevant topic है, और ਜਿਹੜਾ ਤੁਸੀਂ ਉਸ ਦੀ ਅਪਰੋਚ ਲਿੱਤੀ ਹੈ ਉਹ ਬੜੀ ਹੈਲਪਫੁਲ ਹੈ ਇਹ ਸਮਝਣ ਦੇ ਵਿੱਚ ਕਿ ਇੱਕ ਸਾਂਝੀ ਵਾਲਤਾ ਦੇ ਅਧੀਨ ਉਸ ਚੀਜ਼ ਨੂੰ ਫੋਲੋ ਕਰਦੇ ਹੋਏ ਸਿੱਖ ਜਿਹੜੇ ਨੇ ਉਹ ਬਸ ਮੈਂ ਤਾਂ ਲੈਕਚਰ ਸੁਣ ਰਿਹਾ ਸੀ, ਜਿੱਥੇ ਵੀ ਕਿਤੇ ਉਹ ਪ੍ਰੈਜ਼ੈਂਟ ਹੁੰਦੇ ਨੇ, ਉੱਥੇ ਜੋ ਵੀ ਕੋਈ ਟ੍ਰੈਡੀਸ਼ਨਸ ਜਾਂ ਕਸਟਮਸ ਜਾਂ ਕਲਚਰਸ ਜਾਂ ਫੈਸਟੀਵਲਸ ਨੇ, ਉਹਨਾਂ ਦੇ ਵਿੱਚ ਇਕੁਅਲੀ ਹਿੱਸਾ ਪਾਉਂਦੇ ਨੇ। ਪਰ ਇਹ ਹੈ ਕਿ ਉਹਨਾਂ ਦੇ ਜਿਹੜੇ ਆਪਣੇ ਯੂਨੀਕ ਸੈਲੀਬ੍ਰੇਟਰੀ ਇਵੈਂਟਸ ਨੇ, ਜਿਹੜੇ ਉਹਨਾਂ ਦੇ ਆਪਣੇ ਯੂਨੀਕ ਡੇਜ਼ ਨੇ, ਉਹਨਾਂ ਦੀ ਇੱਕ ਆਪਣੀ ਇੰਪੋਰਟੈਂਸ ਹੈ, ਔਰ ਉਹ ਇੰਪੋਰਟੈਂਸ ਜਿਹੜੀ ਹੈ
ਉਸ ਨੂੰ ਬੈਡਮਿੰਟਨ ਡਾਇਲਿਊਟ ਕਰਨ ਦੀ ਜਾਂ ਕਿਸੇ ਹੋਰ ਦੇ ਕੋਲੋਂ ਕੋਈ ਸਪੋਰਟ ਦੀ ਲੋੜ ਨਹੀਂ ਹੈ, ਉਹਨਾਂ ਦੀ ਇੱਕ ਆਪਣੀ ਸਟੈਂਡਿੰਗ ਹੈ। ਤੇ ਸੋ ਆਈ ਥਿੰਕ ਇਹ ਬੜਾ ਇੰਪੋਰਟੈਂਟ ਹੈ ਸਾਨੂੰ, ਸਾਡੇ ਵਾਸਤੇ ਵੀ ਸਮਝਣਾ ਔਰ ਆਉਣ ਵਾਲੀਆਂ ਜਨਰੇਸ਼ਨਸ ਜਿਹੜੀਆਂ ਨੇ ਉਹਨਾਂ ਵਾਸਤੇ ਵੀ ਸਮਝਣਾ। ਤੇ ਸੰਗਤ ਨੂੰ ਮੈਂ ਬੇਨਤੀ ਕਰਾਂਗਾ ਜੀ ਕਿ ਕੋਈ ਵੀ ਆਪਣਾ ਕੋਈ ਵਿਚਾਰ ਜਾਂ ਕੋਈ ਕਮੈਂਟ ਜਾਂ ਕੁਐਸਚਨ ਡਾਕਟਰ ਭੱਟੀ ਦੇ ਨਾਲ ਜਾਂ ਸੰਗਤ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ ਤੇ ਪਲੀਜ਼ ਗੋ ਅਹੈਡ। we will start with ਆਪਣਾ ਗੁਰਦੀਸ਼ ਆਂਟੀ ਨਾਲ ਅਸੀਂ ਸ਼ੁਰੂ ਕਰਦੇ ਹਾਂ ਜੀ। ਗੁਰਦੀਸ਼ ਆਂਟੀ ਪਲੀਜ਼ ਗੋ ਅਹੈਡ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਬਹੁਤ ਸੋਹਣੀ ਇਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਤੇ ਸਾਨੂੰ ਠੀਕ ਆ, ਭਾਵੇਂ ਸਾਨੂੰ ਇਤਿਹਾਸ ਦਾ ਕੁਝ ਪਤਾ ਹੁੰਦਾ, ਪਰ ਨਵੀਂ ਜਨਰੇਸ਼ਨ ਦੇ ਲਈ ਸਾਨੂੰ ਇਹਨਾਂ ਦਿਨਾਂ ਤੇ ਇਤਿਹਾਸ ਨੂੰ ਦੁਹਰਾਉਣਾ ਬਹੁਤ ਜ਼ਰੂਰੀ ਹੈ। ਤੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਬੰਦੀ ਛੋੜ ਦਿਵਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ, ਇਹਦੀ ਕੀ ਮਹਾਨਤਾ, ਤੇ ਬਹੁਤ ਵਧੀਆ ਵੀਰ ਜੀ ਨੇ ਦੱਸਿਆ। ਸੋ ਇਹ ਵਧਾਈ ਦੇ ਪਾਤਰ ਨੇ ਇੰਨੀ ਸੋਹਣੀ ਪ੍ਰੈਜੈਂਟੇਸ਼ਨ ਦੇ ਲਈ। ਤੇ ਇੱਕ ਮੇਰੇ ਮਨ 'ਚ ਥੋੜਾ ਜਿਹਾ ਡਾਊਟ ਆ ਵੀਰ ਜੀ ਡੇਟਸ ਬਾਰੇ, ਕਿਉਂਕਿ ਮੈਂ ਜਿੱਥੋਂ ਪੜ੍ਹਿਆ ਇੱਕ ਦੋ ਵਿਦਵਾਨਾਂ ਨੂੰ, ਪ੍ਰਿੰਸੀਪਲ ਸਤਵੀਰ ਸਿੰਘ ਨੂੰ ਤੇ ਹੋਰਾਂ ਨੂੰ ਵੀ, ਉਹਦੇ ਵਿੱਚ ਮੈਂ ਪੜ੍ਹਿਆ ਕਿ ਜਿਹੜਾ 6ਵੇਂ ਪਾਤਸ਼ਾਹ ਦਾ ਜਨਮ ਆ ਉਹ 1595 'ਚ ਹੋਇਆ ਤੇ 11 ਸਾਲ ਦੀ ਉਮਰ 'ਚ ਉਹਨਾਂ ਨੂੰ ਗੁਰਿਆਈ ਮਿਲੀ 1606 ਵਿੱਚ। ਤੇ ਉਸ ਤੋਂ 5 ਕੁ ਸਾਲ ਬਾਅਦ ਦੀ ਇਹ ਬੰਦੀ ਛੋੜ ਦੀ ਘਟਨਾ ਹੈ। 1611 ਦੇ ਅਖੀਰ 'ਚ ਲਿਖਿਆ ਇਤਿਹਾਸਕਾਰਾਂ ਨੇ, ਦਸੰਬਰ 1611 ਹੋਏਗੀ ਜਾਂ। ਤੇ ਉਸ ਤੋਂ ਬਾਅਦ ਜਿਹੜਾ ਬੰਦੀ ਜਿਸ ਦਿਨ ਇਹਨਾਂ ਨੂੰ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਕੀਤਾ ਗਿਆ, ਉਹ ਡੇਟ ਉਹਨਾਂ ਨੇ ਦੱਸੀ ਆ ਅਗਸਤ 1613, ਕਿ ਪੌਣੇ 1.5 ਤੋਂ ਪੌਣੇ 2 ਸਾਲ ਦਾ ਸਮਾਂ ਤਕਰੀਬਨ ਬਣਦਾ 1611 ਦੇ ਅਖੀਰ ਤੋਂ ਅਗਸਤ 1613। ਤੇ ਉਹਨਾਂ ਨੇ ਲਿਖਿਆ ਕਿ ਇਹਨਾਂ ਮਿਤੀਆਂ ਦਾ ਜਿਹੜਾ ਦੀਵਾਲੀ ਦੇ ਨਾਲ ਕੋਈ ਮੇਲ ਨਹੀਂ, ਪਰ ਜਿਹੜੀ ਉਸ ਤੋਂ ਮੋਹਰੇ ਦੀਵਾਲੀ ਆਈ ਸੀ ਜਦੋਂ ਗੁਰੂ ਸਾਹਿਬ ਰਿਹਾ ਹੋ ਕੇ ਆਏ, ਤੇ ਉਸ ਤੋਂ ਬਾਅਦ ਜਿਹੜੀ ਦੀਵਾਲੀ ਆਈ ਕੁਛ ਮਹੀਨਿਆਂ ਬਾਅਦ ਹੀ, ਤੇ ਅਕਤੂਬਰ 'ਚ ਆਈ ਹੋਏਗੀ ਜਾਂ ਨਵੰਬਰ 'ਚ ਉਸ ਸਾਲ। ਤੇ ਉਦੋਂ ਜਿਹੜੀਆਂ ਸਿੱਖ ਸੰਗਤਾਂ ਸੀ ਹੁਮ ਹੁਮਾ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ, ਕਿਉਂਕਿ ਗੁਰੂ ਸਾਹਿਬ 1.5 ਪੌਣੇ 2 ਸਾਲ ਬਾਅਦ ਗਵਾਲੀਅਰ ਦੇ ਕਿਲੇ 'ਚੋਂ ਆਏ ਸੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀਆਂ। ਤੇ ਉਹ ਦੀਵਾਲੀ ਜਿਹੜੀ ਸੀ ਬਹੁਤ ਧੂਮ-ਧਾਮ ਨਾਲ ਸਿੱਖਾਂ ਨੇ ਮਨਾਈ, ਤੇ ਉਹਨਾਂ ਨੇ ਆਪਣੇ ਘਰਾਂ 'ਚ ਵੀ ਘਿਓ ਦੇ ਤੇਲ ਦੇ ਦੀਵੇ ਜਗਾਏ, ਤੇ ਜਿਹੜੀ ਅੰਮ੍ਰਿਤਸਰ ਦਾ ਸਥਾਨ ਸੀ ਉਹ ਵੀ ਦੀਪਮਾਲਾ ਉੱਥੇ ਵੀ ਕੀਤੀ ਗਈ ਤੇ ਬਹੁਤ ਖੁਸ਼ੀ ਮਨਾਈ। ਤੇ ਉਦੋਂ ਤੋਂ ਜਿਹੜੇ ਸਿੱਖ ਆ ਉਹ ਫਿਰ ਦੀਵਾਲੀ ਦਾ ਤਿਉਹਾਰ ਜਿਹੜਾ ਦੀਵਾਲੀ ਵਾਲੇ ਦਿਨ ਹੀ ਬੰਦੀ ਛੋੜ ਦਿਵਸ ਵੀ ਮਨਾਉਣ ਲੱਗ ਪਏ, ਮੈਂ ਇਸ ਤਰ੍ਹਾਂ ਪੜ੍ਹਿਆ। ਤੇ ਬਾਕੀ ਇਹਨਾਂ ਮਿਤੀਆਂ ਬਾਰੇ ਇਤਿਹਾਸਕਾਰਾਂ ਦੇ, ਜਿਵੇਂ ਤੁਸੀਂ ਵੀ ਕਿਹਾ ਕਿ ਵੱਖ-ਵੱਖ ਮਤ ਆ, ਤੇ ਅਸੀਂ ਅਜੇ ਤੱਕ ਸਾਡੀ ਕੌਮ ਦੀ ਤਰਾਸਦੀ ਆ ਕਿ ਅਸੀਂ ਨਾ ਆਪਣੇ ਗੁਰਪੁਰਬਾਂ ਦੀਆਂ ਜਾਂ ਆਪਣੇ ਜਿਹੜੀਆਂ ਘਟਨਾਵਾਂ ਸਿੱਖ ਇਤਿਹਾਸ 'ਚ ਵਾਪਰੀਆਂ, ਤੇ ਉਹਨਾਂ ਦੀਆਂ ਆਪਾਂ ਕੋਈ ਪੱਕੀਆਂ ਨੀਤੀਆਂ ਜਿਹੜੀਆਂ ਅਜੇ ਤੱਕ ਨਿਯਤ ਹੀ ਨਹੀਂ ਕਰ ਸਕੇ। ਬਾਕੀ ਆਪਣੇ ਜਸਵੰਤ ਸਿੰਘ ਸੇਖੋਂ ਵੀਰ ਜੀ ਖੋਜੀ ਆ ਇਤਿਹਾਸ ਤੇ, ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਇਹ ਜਿਹੜੀਆਂ ਅਸਲੀਅਤ ਉਹਨਾਂ ਨੇ ਖੋਜ ਕੀਤੀ ਹੋਏਗੀ ਕਿ ਕਿਹੜੀਆਂ ਨੀਤੀਆਂ ਜ਼ਿਆਦਾ ਵਿਦਵਾਨ ਨੇ ਲਿਖੀਆਂ। ਸੋ ਇਹ ਮੇਰੇ ਮਨ 'ਚ ਥੋੜਾ ਜਿਹਾ ਡਾਊਟ ਸੀਗਾ ਡੇਟਸ ਬਾਰੇ ਤੇ ਸਨ ਬਾਰੇ। ਬਹੁਤ ਬਹੁਤ ਧੰਨਵਾਦ। ਹਾਂਜੀ, ਆਪਾਂ ਨਾ ਦਰਸ਼ਨ ਕਰਨੇ ਹੋਣ ਜੀ ਇਹਦੇ ਚੋਲਾ ਸਾਹਿਬ ਦੇ, ਜੀ ਕਢਾਣੀ ਪਿੰਡ ਪਿਆ, ਕਢਾਣੀ 4 ਗੁਰਦੁਆਰੇ ਨੇ, ਗੁਰੂ ਸਾਹਿਬ ਉੱਥੇ ਕਈ ਦਿਨ ਰਹੇ ਨੇ। ਉੱਥੇ ਮਾਲਵੇ ਦੀ ਸੰਗਤ ਵੀ ਬਹੁਤ ਆਈ ਉਹਨਾਂ ਦਿਨਾਂ 'ਚ ਉਹਨਾਂ ਦੇ ਦਰਸ਼ਨਾਂ ਵਾਸਤੇ। ਚੋਲਾ ਉੱਥੇ ਪਿਆ ਅੱਜ ਵੀ, ਮੈਂ ਤਾਂ ਕਈ ਵਾਰ, ਇਹ ਪੈਲ ਦੇ ਬਿਲਕੁਲ ਨੇੜੇ ਆ ਪਿੰਡ ਜੀ, ਪੈਲ ਜਿਹੜਾ ਲੁਧਿਆਣੇ 'ਚ। ਅੱਛਾ ਜੀ, ਠੀਕ ਹੈ। ਥੈਂਕ ਯੂ ਅੰਕਲ। ਤੇ ਇੱਕ ਗੱਲ ਅੰਕਲ ਹੋਰ ਵੀ ਅਗਰ ਤੁਸੀਂ ਥੋੜਾ ਜਿਹਾ ਚਾਨਣਾ ਪਾ ਸਕੋ ਵੀ ਜਿਹੜੀ ਡੇਟ ਦੀ ਗੱਲ ਆਂਟੀ ਨੇ ਕੀਤੀ ਸੀਗੀ, ਕਿਉਂਕਿ ਮੈਂ ਜਿਹੜੀ ਚੀਜ਼ ਪੜ੍ਹੀ ਸੀਗੀ ਉਹ ਇੱਕ ਕਿਤਾਬ ਹੈ, ਉਸਨੂੰ ਦਬਿਸਤਾਨ ਮਜ਼ਾਹਿਬ ਕਿਹਾ ਜਾਂਦਾ ਹੈ। ਉਹ ਇੱਕ ਪਰਸ਼ੀਆ ਦੇ ਬੰਦੇ ਨੇ ਲਿਖੀ ਸੀਗੀ, ਮੋਹਸਿਨ ਫਾਨੀ, ਉਸ 1650-1660 ਦੇ ਵਿੱਚ, ਜਿਸ ਦੇ ਵਿੱਚ ਕਿ ਏਸ਼ੀਆ ਦੇ ਵਿੱਚ ਜਾਂ ਸਾਊਥ ਈਸਟ ਏਸ਼ੀਆ ਦੇ ਵਿੱਚ ਜਿਹੜੇ ਮੇਨ ਰਿਲੀਜਨ ਨੇ ਉਹਨਾਂ ਦੀ ਉਸਨੇ ਇੱਕ ਬਰੀਫ ਹਿਸਟਰੀ ਜਿਹੜੀ ਸਕੈਚ ਜਿਹੜੀ ਹੈ ਉਹ ਦਿੱਤੀ ਹੈ। ਉਹ ਜਿਹੜੀ ਕਿਤਾਬ ਹੈ, ਉਸ ਕਿਤਾਬ ਦੇ ਵਿੱਚ ਇਹ ਚੀਜ਼ ਜਿਹੜੀ ਹੈ ਉਸਨੇ ਲਿਖੀ ਹੈ ਕਿ ਵੀ ਗੁਰੂ ਸਾਹਿਬ ਜਿਹੜੇ ਸੀਗੇ 1617 ਔਰ 1619 ਦੇ ਵਿਚਕਾਰ ਉਹ ਉੱਥੇ ਨਜ਼ਰਬੰਦ ਰਹੇ ਨੇ। ਤੇ ਕਈ ਲੋਕੀ ਉਸ ਦਾ ਟਾਈਮ ਵੀ ਕਿੰਨਾ ਚਿਰ ਉੱਥੇ ਰਹੇ ਨੇ ਉਹ ਜ਼ਿਆਦਾ ਕਹਿੰਦਾ, ਕੋਈ ਘੱਟ ਕਹਿੰਦਾ, ਬਟ ਦੈਟ ਸੀਮਸ ਟੂ ਬੀ ਦੀ ਓਨਲੀ ਸੋਰਸ। ਮੈਨੂੰ ਪਾਪਾ ਨੇ ਉਹ ਦੱਸਿਆ ਵੀ ਸੀਗਾ। ਪਰ ਅਗਰ ਆਪਣਾ ਸੇਖੋਂ ਅੰਕਲ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਹੈ, ਤੁਹਾਨੂੰ ਹਿਸਟਰੀ ਦਾ ਕਾਫੀ ਸ਼ੌਕ ਹੈ।
ਆ ਕਿਤਾਬ ਮੇਰੇ ਹੱਥ 'ਚ ਹੈ ਜੀ, ਐਟ ਦੀ ਸਪੈਟ ਤਾਂ ਇਹ 'ਚੋਂ ਮੈਨੂੰ ਕੋਈ ਲੱਭਿਆ ਨਹੀਂ ਹੈਗਾ, ਮੈਂ ਕੱਲ ਵੀ ਪੜ੍ਹਦਾ ਰਿਹਾ ਇਹ ਜੀ। ਠੀਕ ਹੈ ਜੀ। ਤੇ ਕੋਈ ਮੈਂ ਗੱਲ ਨਹੀਂ, ਆਪਾਂ ਖੋਜ ਕਰਾਂਗੇ ਤੇ ਹਾਂਜੀ, ਕਿਉਂਕਿ ਮੈਂ ਜਿੱਥੋਂ ਪੜਿਆ ਉਹਨਾਂ ਨੇ ਲਿਖਿਆ ਹੈਗਾ ਵੀ 1606 ਚ ਗੁਰਿਆਈ ਮਿਲੀ ਗੁਰੂ ਸਾਹਿਬ ਨੂੰ 11 ਸਾਲ ਦੀ ਉਮਰ 'ਚ, ਮੇਰੇ ਕੋਲੇ। ਤੇ ਉਸ ਤੋਂ ਬਾਅਦ ਇਹ 5 ਸਾਲ ਬਾਅਦ ਦੀ ਘਟਨਾ ਆ ਵੀ 1611 ਦੇ ਅਖੀਰ ਚ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਚ ਕੈਦ ਕੀਤਾ ਗਿਆ ਤੇ ਅਗਸਤ 1613 ਚ ਰਿਹਾ ਹੋਇਆ। ਇਹ ਚਲੋ ਚੱਕਰ ਮੈਂ ਤੁਹਾਨੂੰ ਦੱਸਿਆ ਨਾ ਜੀ, ਤੁਰਕੀਆਂ ਦੇ ਮੁਤਾਬਕ ਇਹ ਦੱਸਿਆ ਨੇ ਜੀ, ਇਸੇ ਕਿਤਾਬ ਦੇ ਮੁਤਾਬਕ ਬੀਬੀ। ਇਸ ਤਰ੍ਹਾਂ ਹੈ ਕਿ ਬਹੁਤ ਸਾਰੀਆਂ ਬੁੱਕਸ ਅਵੇਲੇਬਲ ਨੇ, ਜੀ ਜੀ ਬਹੁਤ ਸਾਰੇ ਆਰਟੀਕਲਸ ਰਿਸਰਚ ਦੇ ਵੀ ਦੂਜੇ ਵੀ। ਸੋ ਮੈਂ ਜਿੱਦਾਂ ਤੁਹਾਨੂੰ ਪਹਿਲੇ ਵੀ ਬੇਨਤੀ ਕੀਤੀ ਹੈ ਕਿ ਦਿਸ ਇਜ਼ ਨਾਟ ਮਾਈ ਸਬਜੈਕਟ, ਲੇਕਿਨ ਇਹ ਵੀ ਐਜ਼ ਏ ਸਿੱਖ ਗੁਰੂ ਦੇ ਪ੍ਰਤੀ ਆਪਣੀ ਸ਼ਰਧਾ ਭੇਟ ਕਰਨ ਲਈ ਮੈਂ ਆਪ ਜੀ ਦੇ ਸਾਹਮਣੇ ਜਿਹੜੀ ਆਮ ਜ਼ਿਆਦਾ ਮੰਨੀ ਗਈ ਡੇਟਾ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ, ਬਟ ਆਈ ਕੈਨ ਬੀ ਰੋਂਗ, ਐਸੀ ਕੋਈ ਗੱਲ ਨਹੀਂ। ਮੈਂ ਇੱਥੇ ਕੁਝ ਕਹਿਣਾ ਚਾਹਾਂਗੀ ਆਫਟਰ ਪਾਪਾ ਇਜ਼ ਡਨ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਪਾਪਾ ਤੁਹਾਨੂੰ ਬਹੁਤ, ਤੇ ਪਹਿਲੀ ਗੱਲ ਤੇ ਕੰਗ੍ਰੈਚੁਲੇਸ਼ਨਸ, ਤੁਸੀਂ ਜਿਸ ਤਰੀਕੇ ਦੇ ਨਾਲ ਪ੍ਰੈਜੈਂਟੇਸ਼ਨ ਕੀਤੀ, ਮੈਂ ਟੈਕਨੀਕੈਲਿਟੀਜ਼ ਵੱਲ ਨਹੀਂ ਜਾਵਾਂਗੀ। ਤੁਸੀਂ ਇੰਨਾ ਚਿਰ ਪੜਾਇਆ ਸਭ ਨੂੰ, ਤੁਸੀਂ ਜਿਸ ਤਰੀਕੇ ਦੇ ਨਾਲ ਚੀਜ਼ ਨੂੰ ਸਮਝਾਉਂਦੇ ਹੋ, that was so effective, so nice, ਔਰ ਤੁਹਾਡੀਆਂ PowerPoint slides, they were just amazing. So ਪਰਮਾਤਮਾ ਤੁਹਾਨੂੰ ਹਮੇਸ਼ਾ ਇਸ ਤਰ੍ਹਾਂ ਹੀ ਹਿੰਮਤ ਦੇਵੇ, ਤੁਸੀਂ ਸਾਨੂੰ ਐਨਲਾਈਟਨ ਕਰਦੇ ਰਹੋ ਵਿਦ ਦ ਨੌਲੇਜ। ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਮੈਨੂੰ ਨਹੀਂ ਪਤਾ ਸੀਗੀਆਂ ਓਨੈਸਟਲੀ, ਜਿਹੜੀਆਂ ਅੱਜ ਤੁਹਾਡੀਆਂ ਸਲਾਈਡਸ ਤੋਂ ਮੈਨੂੰ ਪਤਾ ਲੱਗੀਆਂ, ਤੇ ਬਹੁਤ ਹੀ ਮਜ਼ਾ ਆਇਆ, ਬਹੁਤ ਹੀ ਤੁਸੀਂ ਕਲੀਅਰਲੀ ਉਹਨਾਂ ਨੂੰ ਸਾਰੀ ਚੀਜ਼ ਨੂੰ ਸਮਝਾਇਆ। ਸੋ ਵਾਂਸ ਅਗੇਨ ਸਾਰੀ ਇੱਥੇ ਆਈ ਹੋਈ ਸੰਗਤ ਨੂੰ ਹੈਪੀ ਦੀਵਾਲੀ ਐਂਡ ਹੈਪੀ ਬੰਦੀ ਛੋੜ ਦਿਵਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਬੇਟਾ, ਤੁਸੀਂ ਡਾਕਟਰ ਹੋ ਔਰ ਮੇਰੀ ਬੇਟੀ ਵੀ ਹੋ, ਤੇ ਮੈਂ ਤੇ ਤੁਹਾਨੂੰ ਇਹ ਕਹਿ ਸਕਦਾ ਵੀ ਥੈਂਕ ਯੂ ਵੈਰੀ ਮਚ ਕਿ ਤੁਹਾਨੂੰ ਜਿਹੜੀ ਪ੍ਰੈਜੈਂਟੇਸ਼ਨ ਸੀ ਉਹ ਠੀਕ ਲੱਗੀ। ਤੋਂ ਪਹਿਲੇ ਤੇ ਮੈਂ ਆਪਣੇ ਸਾਰਿਆਂ ਨੂੰ, ਅਸੀਂ ਆਪਣੇ ਆਪ ਨੂੰ ਵਧਾਈ ਦੇਵਾਂਗੇ ਕਿ ਅੱਜ ਜਿਹੜਾ ਦਿਨ ਅਸੀਂ ਜਿਸ ਤਰ੍ਹਾਂ ਸ਼ੁਰੂਆਤ ਕੀਤੀ ਹੈ, ਔਰ ਜਿਹੜੀਆਂ ਚੀਜ਼ਾਂ ਅੱਜ ਸਾਨੂੰ ਸੁਣਨ ਨੂੰ ਮਿਲੀਆਂ ਨੇ, ਕਈ ਵਾਰ ਇਹ ਹੁੰਦੇ ਗੱਲਾਂ ਸਾਰੀਆਂ ਹੀ ਪਈਆਂ ਹੁੰਦੀਆਂ ਨੇ, ਪਰ ਉਹਨਾਂ ਨੂੰ ਰਿਵਾਈਜ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸਾਡੇ ਸਿੱਖਣ ਦਾ ਇੱਕ ਤਰੀਕਾ ਹੈਗਾ, ਬਹੁਤ ਬਹੁਤ ਅੱਛਾ, ਬੜਾ ਰਿਸਰਚ ਟਾਈਪ ਦਾ ਭੱਟੀ ਸਾਹਿਬ ਨੇ ਇੱਕ ਸਾਨੂੰ ਗਿਆਨ ਦਿੱਤਾ ਹੈ। ਇਹਦੇ ਚ ਮੈਂ ਇੱਕ ਰਿਕੁਐਸਟ ਚਾਹਾਂਗੀ ਕਿ ਅਸੀਂ ਆਪਣੀ ਈਮੇਲ ਆਈਡੀ ਭੇਜਨੇ ਆ, ਤੇ ਜਿਹੜੀਆਂ ਸਲਾਈਡਸ ਹੈਗੀਆਂ ਨੇ ਇਹ ਸਾਨੂੰ ਜ਼ਰੂਰ ਭੇਜੀਆਂ ਜਾਣ, ਤਾਂ ਕਿ ਇਹ ਸਾਡਾ ਜਿਹੜਾ ਅਸੀਂ ਅੱਜ ਗੱਲ ਸੁਣੀ ਹੈ, ਸਿੱਖੀ ਹੈ, ਸਾਡੇ ਤੱਕ ਮਹਦੂਦ ਨਾ ਰਹੇ। ਕਿਸੇ ਵੀ ਵੇਲੇ ਚ ਜ਼ਰੂਰੀ ਥੋੜੀ ਦੀਵਾਲੀ ਹੋਏ, ਜਿਸਲੇ ਬੱਚੇ ਬੈਠੇ ਹੋਣ, ਰੌਂਚ ਬੈਠੇ ਹੋਣ, ਤੇ ਅਸੀਂ ਉਹਨਾਂ ਨਾਲੋਂ ਗੱਲ ਕਰ ਸਕੀਏ। ਤੇ ਮੈਂ ਚਾਹੁੰਦੀ ਹਾਂ ਕਿ ਅਸੀਂ ਇੱਕ ਅੰਬੈਸਡਰ ਦੀ ਤਰ੍ਹਾਂ ਬਣੀਏ। ਜੋ ਵੀਰ ਜੀ ਨੇ ਸਾਨੂੰ ਸਾਡੇ ਨਾਲ ਗੱਲਾਂ ਸ਼ੇਅਰ ਕੀਤੀਆਂ, ਇਹ ਸਾਡੇ ਸਾਰਿਆਂ ਕੋਲ ਹੋਣ। ਜਦ ਵੀ ਸਾਨੂੰ ਟਾਈਮ ਮਿਲੇ, ਅਸੀਂ ਆਪਣੇ ਬੱਚਿਆਂ ਨਾਲ, ਆਪਣੇ ਸਟੂਡੈਂਟਸ ਨਾਲ, ਆਪਣੀ ਸਰਾਊਂਡਿੰਗ ਅਸੀਂ ਇਸ ਗੱਲ ਨੂੰ ਕਰ ਸਕੀਏ। ਸਾਡੇ ਕੋਲ ਇੱਕ ਰੈਡੀ ਰੈਕਨਰ ਹੋਏ, ਅਸੀਂ ਇਹਦੇ ਚ ਹੋਰ ਵੀ ਐਡ ਕਰ ਸਕਦੇ ਹਾਂ ਆਪਣੀ ਹੋਰ ਪੜ੍ਹਨ ਦੇ ਨਾਲ, ਲੇਕਿਨ ਇੰਨੀ ਚੀਜ਼ ਸਾਨੂੰ ਜ਼ਰੂਰ ਭੇਜੀ ਜਾਏ ਮੇਲ ਉਤੇ। ਬਾਕੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ, ਔਰ ਜਿੰਨੀਆਂ ਮਰਜ਼ੀ ਕੰਟਰਡਿਕਸ਼ਨਸ ਚਲਦੀਆਂ ਰਹਿਣ, ਲੇਕਿਨ ਜੋ ਵੀਰ ਜੀ ਨੇ ਕਿਹਾ ਜੋ ਸੱਚ ਹੈ ਉਹ ਇਟਰਨਲ ਹੈ, ਔਰ ਜੋ ਗੱਲਾਂ ਗੁਰੂ ਨੇ ਕਹੀਆਂ ਨੇ ਅਗਰ ਅਸੀਂ ਉਹਨਾਂ ਦੇ ਰਾਹ ਤੇ ਚੱਲੀਏ ਤੇ ਸਾਡੇ ਵਾਸਤੇ ਰੋਜ਼ ਹੀ ਦੀਵਾਲੀ ਹੈ। ਵਾਹਿਗੁਰੂ ਕਰੇ ਅਸੀਂ ਗੁਰੂ ਨਾਨਕ ਦੇ ਦਿਖਾਏ ਹੋਏ ਰਾਹ ਤੇ ਚੱਲੀਏ, ਆਪਣਾ ਜੀਵਨ ਸਫਲ ਕਰੀਏ। ਥੈਂਕ ਯੂ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਤੁਹਾਡੀ ਪ੍ਰੈਜੈਂਟੇਸ਼ਨ ਬਾ ਕਮਾਲ, ਬਹੁਤ ਹੀ ਬਿਹਤਰੀਨ ਸੀ ਜੀ। ਬਾਕੀ ਜਿਹੜੀ ਆਪਾਂ ਗੱਲ ਵਿੱਚ ਕਰ ਰਹੇ ਹਾਂ, ਤਰੀਕਾਂ ਦਾ ਕੁਛ ਵੀ ਹੋ ਸਕਦਾ ਜੀ, ਕੋਈ ਦਿਹਾੜੇ ਅੱਗੇ ਵੀ ਹੋ ਸਕਦਾ, ਕੋਈ ਪਿੱਛੇ ਹੋ ਸਕਦਾ ਆ, ਕੋਈ ਟਾਈਮ ਦਾ ਮਾੜਾ ਮੋਟਾ ਹੇਰ ਫੇਰ ਹੋ ਸਕਦਾ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਜੇ ਅਸੀਂ ਆਪਣਾ ਇਤਿਹਾਸ ਲਿਖਿਆ ਹੀ ਆਪ ਨਹੀਂ ਗਾ, ਉਸ ਵੇਲੇ ਜਾਂ ਤਾਂ ਕੋਈ ਸਾਡੇ ਗੁਰੂ ਸਾਹਿਬ ਦੇ ਸਮਕਾਲੀ ਕੋਈ ਰਾਈਟਰ ਹੁੰਦੇ ਆਪਣੇ, ਉਹ ਲਿਖਦੇ ਉਸ ਵੇਲੇ ਤੇ ਗੱਲ ਸਮਝ ਆਉਂਦੀ ਸੀ। ਸਾਡਾ ਜੇ ਤੁਸੀਂ ਆਪਣਾ ਇਤਿਹਾਸ ਵੇਖੋ ਨਾ ਜੀ, 16ਵੀਂ 17ਵੀਂ ਸਦੀ ਦਾ ਜਾਂ 18ਵੀਂ ਸਦੀ ਤੱਕ ਜਿਹੜਾ ਇਤਿਹਾਸ ਹੈ ਨਾ ਜੀ, ਸਾਡਾ ਇਤਿਹਾਸ ਸਹੀ ਮਾਇਨਿਆਂ ਦੇ ਵਿੱਚ ਤੇ ਸਾਡੇ ਜਿਹੜੇ ਦੁਸ਼ਮਣ ਸੀਗੇ ਨਾ ਜੀ ਉਸ ਵੇਲੇ, ਉਹ ਲਿਖਦੇ ਰਹੇ ਨੇ ਜੀ। ਅਸੀਂ ਤੇ ਆਪਣਾ ਇਤਿਹਾਸ ਲਿਖਿਆ ਹੀ ਨਹੀਂਗਾ, ਤੇ ਇਸ ਕਰਕੇ ਇਹ ਜਿਹੜਾ ਕਨਫਲਿਕਟ, ਪਰ ਸਭ ਤੋਂ ਵੱਡੀ ਗੱਲ ਮੈਂ ਜਿਹੜੀ ਮੰਨ ਕੇ ਚੱਲਣਾ ਨਾ ਜੀ, ਉਹ ਇਹ ਆ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ਿਆ, ਜੋ ਗੁਰੂ ਸਾਹਿਬ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਨੇ
ਸਾਨੂੰ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ। ਮੀਰੀ ਦਾ ਮਤਲਬ ਬਾਦਸ਼ਾਹਤ ਦੇ ਗਏ ਉਹ, ਪੀਰੀ ਦਾ ਮਤਲਬ ਸਾਨੂੰ ਉਹ ਧਾਰਮਿਕ ਜੀਵਨ ਦੇ ਗਏ, ਸਾਨੂੰ 2 ਤੇਗਾਂ ਦੇ ਗਏ, ਮੀਰੀ ਪੀਰੀ ਦੀ ਤਲਵਾਰ ਆਜੋ। ਪਾਉਣ ਦਾ ਹੁਕਮ ਦੇ ਗਏ। ਉਸ ਤੋਂ ਵੱਡਾ ਸਾਨੂੰ ਸਿਧਾਂਤ ਹੋਰ ਕੀ ਮਿਲ ਸਕਦਾ ਆ। ਸਭ ਤੋਂ ਵੱਡੀਆਂ ਗੱਲਾਂ ਸੋਚਣ ਵਾਲੀਆਂ ਇਹ ਨੇ। ਬਾਕੀ ਜਿਹੜਾ ਇਹ ਥੋੜਾ ਬਹੁਤਾ ਚੱਲਦਾ ਰਹਿੰਦਾ ਜੀ, ਇਹਦੇ ਉੱਤੇ ਵਿਚਾਰ ਚਰਚਾ ਵੀ ਚੱਲਦੀ ਰਹਿੰਦੀ ਹੈ। ਕੋਈ ਪਲੱਸ ਕਹਿ ਦਿੰਦਾ, ਕੋਈ ਮਾਈਨਸ ਕਹਿ ਦਿੰਦਾ, ਪਰ ਤੁਹਾਡੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਸੀ ਜੀ। ਸਲਾਈਡਸ ਬਹੁਤ ਖੂਬਸੂਰਤ ਸੀ, ਬਹੁਤ ਹੀ ਸਲੀਕੇ ਦੇ ਨਾਲ। ਮੈਂ ਅੱਗੇ ਵੀ ਕਈ ਵਾਰੀ ਰਾਜਾ ਭਾਜੀ ਨਾਲ ਗੱਲ ਕਰਦਾ ਨਾ ਕਿ ਡਾਕਟਰ ਸਾਹਿਬ ਜਿਹੜੀਆਂ ਸਲਾਈਡਸ ਤਿਆਰ ਕਰਦੇ ਨੇ ਤੇ ਪ੍ਰੈਜੈਂਟੇਸ਼ਨ ਦਿੰਦੇ ਨੇ ਉਹ ਬਹੁਤ ਹੀ ਵਧੀਆ ਆ, ਬਹੁਤ ਹੀ ਗ੍ਰੇਟ ਤਰੀਕੇ ਨਾਲ ਬਣਾਉਂਦੇ ਆ ਜੀ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਫਤਿਹ। ਕੈਨ ਆਈ ਕੁਇਕਲੀ ਜੰਪ ਇਨ? ਪਹਿਲੇ ਤਾਂ ਸਾਰਿਆਂ ਨੂੰ ਦੀਵਾਲੀ ਦੀ ਔਰ ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਮੁਬਾਰਕ ਹੈ ਜੀ। ਤੇ ਮੈਂ ਬਰੀਫਲੀ ਇੰਨੀ ਕੁ ਗੱਲ ਕਰਨਾ ਚਾਹੁੰਦਾ ਕਿ ਦਿਸ ਵਾਜ਼ ਵਨ ਆਫ ਦੀ ਆਸਪੈਕਟਸ ਜਿਹੜਾ ਕਿ ਮੈਂ ਘੱਟੋ ਘੱਟ ਆਪਣੀ ਲਾਈਫ 'ਚ ਇੰਨੇ ਸਾਲ ਕਦੀ ਸੋਚਿਆ ਨਹੀਂ। ਹਿਸਟਰੀ ਤੇ ਪਤਾ ਸੀ ਕਿ ਬਈ ਇਸ ਦਿਨ ਨੂੰ ਕੀ ਹੋਇਆ, ਬਟ ਉਹਦੇ ਇੰਪਲੀਕੇਸ਼ਨ ਔਰ ਉਹਦੀ ਇੰਟਰਪ੍ਰੀਟੇਸ਼ਨ ਕਦੀ ਸੋਚੀ ਨਹੀਂ ਸੀ। ਹੋਇਆ ਇਸ ਤਰ੍ਹਾਂ ਹੈ ਕਿ ਕੱਲ ਮੈਂ ਆਪਣੇ ਇੱਕ ਕਾਕੇਸ਼ੀਅਨ ਫਰੈਂਡ ਨੂੰ ਬਾਈ ਵੇ ਆਫ ਇਨਫੋਰਮੇਸ਼ਨ ਐਂਡ ਬਾਈ ਵੇ ਆਫ ਗ੍ਰੀਟਿੰਗ ਬੰਦੀ ਛੋੜ ਦਿਵਸ ਦੀਆਂ ਗ੍ਰੀਟਿੰਗਸ ਬਾਈ ਈਮੇਲ ਭੇਜੀਆਂ, ਤੇ ਵਿੱਚ ਮੈਂ 1-2 BBC ਦੇ ਹਫ ਪੋਸਟ ਦੇ ਆਰਟੀਕਲਸ ਭੇਜੇ ਸੋ ਦੈਟ ਪੀਪਲ ਕੈਨ ਰੀਡ ਕਿ ਵੀ ਇਸ ਦਿਨ ਕੀ ਹੋਇਆ ਸੀ। ਤੇ ਮੇਰੇ ਇੱਕ ਕਾਕੇਸ਼ੀਅਨ ਫਰੈਂਡ ਨੇ ਮੈਨੂੰ ਉਸ ਤੋਂ ਬਾਅਦ ਫੋਨ ਕੀਤਾ ਐਂਡ ਹੀ ਸੇਜ਼ ਕਿ ਵੀ ਆਈ ਐਮ ਸਰਪ੍ਰਾਈਜ਼ਡ ਕਿ ਤੁਹਾਡੇ ਜਿਹੜੇ ਗੁਰੂ ਸਨ ਉਹਨਾਂ ਨੇ ਉਸ ਸਮੇਂ ਤੇ ਹਿਊਮਨ ਰਾਈਟਸ ਵਾਸਤੇ, ਦੂਸਰੇ ਦੇ ਰਾਈਟਸ ਵਾਸਤੇ ਆਪਣੇ ਆਪ ਨੂੰ ਜੈਪਰਡੀ 'ਚ, ਪੈਰਲ 'ਚ ਪਾਇਆ ਕਿ ਜੀ ਮੈਂ ਇੱਥੋਂ ਤਾਂ ਜਾਵਾਂਗਾ ਜੇ ਤੁਸੀਂ ਬਾਕੀ ਦੇ ਸਾਰੇ ਪ੍ਰਿਜ਼ਨਰਸ ਨੂੰ ਵੀ ਰਿਲੀਜ਼ ਕਰੋ। ਤੇ ਮੈਂ ਇਹ ਆਪਣੇ ਮਨ 'ਚ ਸੋਚੀ ਗੱਲ ਕਿ ਅਸੀਂ ਇੰਨੇ ਸਾਲ ਇੱਕ ਸਟੋਰੀ ਹਰ ਸਾਲ ਸੁਣਦੇ ਹਾਂ, ਬਟ ਐਟਲੀਸਟ ਸਪੀਕਿੰਗ ਫॉर ਮਾਈ ਸੈਲਫ ਮੈਂ ਕਦੀ ਇਹ ਸੋਚਿਆ ਨਹੀਂ ਕਿ ਕਿੰਨਾ ਵੱਡਾ ਹਿਊਮਨ ਰਾਈਟਸ ਕੰਸਰਨ ਹੈਗਾ ਕਿ ਦੂਸਰੇ ਪ੍ਰਿੰਸ ਵਾਸਤੇ, ਦੂਸਰੇ ਹਿਊਮਨ ਬੀਇੰਗ ਵਾਸਤੇ ਤੁਸੀਂ ਆਪਣੇ ਆਪ ਨੂੰ ਰਿਸਕ 'ਚ ਪਾਉਣਾ ਕਿ ਵੀ ਆਈ ਐਮ ਨੋਟ ਲੀਵਿੰਗ ਦਿਸ ਪਲੇਸ ਜਦ ਤੱਕ ਕਿ ਬਾਕੀ ਦੇ ਨਾਲ ਨਹੀਂ ਜਾਣ। ਐਕਸਕਿਊਜ਼ ਮੀ। ਔਰ ਇਹ ਗੱਲ ਕਿੰਨੇ ਮੇਰੇ ਧਿਆਨ 'ਚ ਦਵਾਈ? ਇੱਕ ਨੌਨ ਸਿੱਖ ਨੇ। ਸੋ ਯੰਗ ਜਨਰੇਸ਼ਨ ਜਿਹੜੀ ਸੁਣ ਰਹੀ ਹੈ ਉਹਦੇ ਵਾਸਤੇ ਇਹ ਇੱਕ ਪੁਆਇੰਟ ਟੂ ਬੀ ਨੋਟਡ ਹੈਗਾ ਕਿ ਵੈਨਐਵਰ ਯੂ ਮੈਂਸ਼ਨ ਦਿਸ, ਤੁਸੀਂ ਇਹ ਦੱਸੋ ਕਿ ਹਿਊਮਨ ਰਾਈਟਸ ਦੀ ਉਦੋਂ ਤੋਂ ਸਿੱਖ ਧਰਮ ਗੱਲ ਕਰਦਾ ਆ ਰਿਹਾ ਜਦੋਂ ਤੋਂ ਹਿਊਮਨ ਰਾਈਟਸ ਦਾ ਇੰਗਲੈਂਡ 'ਚ, ਫਰਾਂਸ 'ਚ ਕੋਈ ਮਤਲਬ ਨਹੀਂ ਸੀਗਾ। ਵਿਮਨ ਕੁਡ ਨਾਟ ਵੋਟ। ਇਨ ਕੈਨੇਡਾ 'ਚ 1912-13 'ਚ ਜਾ ਕੇ ਵੋਟ ਦਾ ਰਾਈਟ ਮਿਲਿਆ, ਅਮਰੀਕਾ 'ਚ 1900 'ਚ ਵੋਟ ਮਿਲਿਆ। ਤੇ ਉਸ ਵੇਲੇ ਹਿਊਮਨ ਰਾਈਟਸ ਦੀ ਗੱਲ ਜਿਹੜੀ ਕਰਨੀ ਉਹ ਬੜੀ ਇੱਕ ਪ੍ਰੋਗਰੈਸਿਵ ਸੋਚ ਹੈ ਜਿਹੜੀ ਕਿ ਸਾਨੂੰ ਹਮੇਸ਼ਾ ਹਾਈਲਾਈਟ ਕਰਨੀ ਚਾਹੀਦੀ ਹੈ। ਬਾਕੀ ਆਫ ਕੋਰਸ ਡੇਟਸ ਦੀ ਜਿਹੜੀ ਗੱਲ ਚੱਲ ਰਹੀ ਹੈ, ਆਈ ਐਗਰੀ ਕਿ ਹਿਸਟੋਰੀਅਨਸ ਕੈਨ ਡਿਸਐਗਰੀ, ਦੇ ਆਲਵੇਜ਼ ਡੂ, ਔਰ ਉਹ ਡੇਟ ਮਾੜੀ ਮੋਟੀ ਅੱਗੇ ਪਿੱਛੇ ਹੋ ਜਾਣ ਨਾਲ ਡਜ਼ਨਟ ਮੈਟਰ। ਬਟ ਆਈ ਰੀਅਲੀ ਲਾਈਕਡ ਦੀ ਆਈਡੀਆ ਕਿ ਤੁਸੀਂ ਉਹਨੂੰ ਹਿਊਮਨ ਰਾਈਟਸ ਦੇ ਨਾਲ ਕਨੈਕਟ ਕੀਤਾ ਐਂਡ ਨੈਕਸਟ ਜਨਰੇਸ਼ਨ ਨੂੰ ਇਹ ਆਸਪੈਕਟ ਪ੍ਰੈਜ਼ੈਂਟ ਕੀਤਾ ਜਿੱਦਾਂ ਸਾਨੂੰ ਪ੍ਰੈਜ਼ੈਂਟ ਜੇ ਕੀਤਾ ਗਿਆ ਹੁੰਦਾ ਅੱਜ ਤੱਕ ਤੇ ਅਸੀਂ ਸ਼ਾਇਦ ਇਹਨੂੰ ਇਦਾਂ ਦੇਖਦੇ। ਪਰ ਹੁਣ ਇਹ ਕਿ ਇਸ ਜਨਰੇਸ਼ਨ ਨੂੰ ਘੱਟੋ ਘੱਟ ਅਸੀਂ ਉਹਦੇ ਰੈਮੀਫਿਕੇਸ਼ਨਸ, ਇੰਪਲੀਕੇਸ਼ਨਸ, ਇੰਟਰਪ੍ਰੀਟੇਸ਼ਨ ਸਮਝਾਈਏ। ਸੋ ਐਂਡ ਥੈਂਕ ਯੂ ਵੈਰੀ ਮਚ ਫॉर ਦ ਟਾਈਮ ਐਂਡ ਵਾਂਸ ਅਗੇਨ ਸਾਰਿਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਗ੍ਰੀਟਿੰਗਸ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਕਾਬਲ ਸਿੰਘ ਤੇ ਫਿਰ ਉਸ ਤੋਂ ਬਾਅਦ ਪ੍ਰੋਫੈਸਰ ਮਨਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤੇ ਸਭ ਵਾਹਿਗੁਰੂ ਤੋਂ ਜੀ ਕੀ ਫਤਿਹ। ਡਾਕਟਰ ਭੱਟੀ ਸਾਹਿਬ ਨੇ ਜਿਵੇਂ ਪ੍ਰੈਜੈਂਟੇਸ਼ਨ ਕੀਤੀ ਉਹ ਤੇ ਕਾਫੀ ਬੁਲਾਰਿਆਂ ਨੇ ਕਹਿ ਦਿੱਤਾ, ਮੈਂ ਉਹਨਾਂ ਦੀ ਬਿਲਕੁਲ ਡਿਟੋ ਕਰਦਾ ਹਾਂ। ਜਿਹੜੀ ਗੱਲ ਇਹਨਾਂ ਲਾਸਟ ਦੇ ਵਿੱਚ ਕਹੀ ਆ ਕਿ ਲੈਟ ਅਸ ਇਲੂਮੀਨੇਟ ਆਵਰ ਸਰਾਊਂਡਿੰਗ, ਜੋ ਜਿਹੜਾ ਇਹਨਾਂ ਦੀ ਓਵਰਆਲ ਇੰਟਰਪ੍ਰੀਟੇਸ਼ਨ ਹੈ, ਸਭ ਤੋਂ ਜ਼ਰੂਰੀ ਉਹ ਗੱਲ ਹੈ ਕਿ ਸਾਡੀ ਜ਼ਿਆਦਾ ਅਸੀਂ ਲੋਕ ਜਿਹੜੇ ਆ ਕਿ ਅਸੀਂ ਸਭ ਕਰ ਲੈਂਦੇ ਹਾਂ, ਬਾਹਰ ਦੀਆਂ ਦੀਵੇ ਪਟਾਕੇ ਚਲਾ ਕੇ, ਖੁਸ਼ ਹੋ ਕੇ, ਮਠਿਆਈਆਂ ਖਾ ਕੇ, ਚੰਗਾ ਚੋਖਾ ਖਾ ਕੇ ਅਸੀਂ ਸਾਰੇ ਖੁਸ਼ ਹੋ ਜਾਂਦੇ ਹਾਂ। ਲੇਕਿਨ ਇਸ ਚੀਜ਼ ਦੀ ਕੋਈ ਵੀ ਬਹੁਤ ਘੱਟ ਆ ਤੇ ਇਹ ਇਹਨਾਂ ਦੀ ਜਿਹੜੀ ਬਹੁਤ ਵਧੀਆ ਸੋਚ ਹੈ। ਇਸ ਕਰਕੇ ਮੇਰਾ ਤੇ ਇਹ ਆ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਇਹੋ ਜਿਹੀ ਸੋਚ ਦੇ ਵਾਸਤੇ। ਦੂਸਰੀ ਗੱਲ ਇਹ ਹੈ ਕਿ ਅਜੇ ਵੀ ਜ਼ਿਆਦਾ ਸਿੱਖ, ਆਮ ਸਿੱਖਾਂ ਨੂੰ ਤੇ ਬੰਦੀ ਛੋੜ ਦਾ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ, ਉਹ ਦੀਵਾਲੀ ਕਹਿੰਦੇ ਆ। ਈਵਨ ਮੈਂ ਦੇਖਿਆ ਕਿ ਜਿਹੜੇ ਬੰਦੇ ਬੜੇ ਆਪਣੇ ਆਪ ਨੂੰ ਗੁਰਬਾਣੀ ਦੇ ਜਾਂ ਸਿੱਖੀ ਦੇ ਬਾਰੇ ਇਲੂਮੀਨੇਟਡ ਨੇ, ਜਾਂ ਉਹ ਮਤਲਬ
ਸਮਝਦੇ ਆ, ਉਹ ਵੀ ਤੁਸੀਂ ਜੇ ਦੇਖੋ, ਮੈਂ ਥੋੜੇ ਜਿਵੇਂ ਵਧਾਈਆਂ ਆਉਂਦੀਆਂ ਨੇ ਤੇ ਆਪਣੇ ਜ਼ਿਆਦਾ ਉਹਨਾਂ ਦੇ ਵਿੱਚੋਂ ਸਿੱਖ ਵੀ ਜ਼ਿਆਦਾ ਸਿੱਖ ਹੀ ਨੇ, ਉਹ ਵੀ ਦੀਵਾਲੀ ਦੀ ਵਧਾਈ ਦਿੰਦੇ ਆ, ਬੰਦੀ ਛੋੜ ਦੀ ਕੋਈ ਵਧਾਈ ਨਹੀਂ ਦਿੰਦੇ, ਜੀ ਬਹੁਤ ਘੱਟ। ਮੈਂ ਕੋਸ਼ਿਸ਼ ਇਹੋ ਕੀਤੀ ਹੈ ਕਿ ਸਾਰਿਆਂ ਨੂੰ ਜਿਹਨੂੰ ਵਧਾਈ ਭੇਜੀ ਆ ਉਹਨੂੰ ਬੰਦੀ ਛੋੜ ਦੀ ਵਧਾਈ ਭੇਜੀ ਆ, ਕਮ ਸੇ ਕਮ ਸੋਚਣ ਦਾ ਤੇ ਕਿਸੇ ਨੂੰ ਹੋਵੇ ਵੀ ਇਹ ਕੀ ਚੀਜ਼ ਆ। ਕਿਉਂਕਿ ਇੰਡੀਆ ਦੇ ਵਿੱਚ ਇੱਥੇ ਬਾਹਰ ਵੀ ਸਭ ਨੂੰ ਦੀਵਾਲੀ ਦੀਵਾਲੀ ਦੀਵਾਲੀ, ਤੇ ਲਾਈਟਾਂ ਬਾਹਰਲੀਆਂ ਤੇ ਖੈਰ ਬਹੁਤ ਨੇ, ਅੰਦਰ ਵਾਲੀ ਜਿਹੜੀ ਬਹੁਤ ਘੱਟ ਆ। ਮੈਂ ਜਿਹੜੀ ਉਹ 5,84,000 ਦਾ ਮੈਂਸ਼ਨ ਕੀਤਾ ਸੀ, ਉਹ ਇਹ ਸੀ ਕਿ ਉਦੋਂ ਪੋਲਿਊਸ਼ਨ ਦੀ ਗੱਲ ਹੋ ਰਹੀ ਸੀ। ਸੋ ਪੋਲਿਊਸ਼ਨ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਸੈਂਟਰ ਆ, ਉਹਨਾਂ ਹੀ ਸਭ ਕੁਝ ਮਨਾ ਕੀਤਾ ਆ, ਉਹਨਾਂ ਦੇ ਕਮਿਸ਼ਨ ਨੇ ਮਨਾ ਕੀਤਾ ਹੈ, ਤੇ ਹੁਣ ਤੁਸੀਂ ਲਾ ਲਓ ਕਿ ਮਤਲਬ who cares। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਮਨਿੰਦਰ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਮੈਂ ਕਾਫੀ ਪਹਿਲਾਂ ਇੱਕ ਕਿਤਾਬ ਪੜ੍ਹੀ ਸੀ, ਗੋਸਪਲ ਆਫ ਗੁਰੂ ਗ੍ਰੰਥ ਸਾਹਿਬ, ਤੇ ਧਰਮ ਸ਼ਾਸਤਰੀ ਹਨ ਦਾ ਨਾਂ ਭੁੱਲਦਾ ਪਿਆ ਮੈਂ ਹੁਣ। ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਬਾਰੇ ਲਿਖਦਿਆਂ ਬੜੀ ਸੋਹਣੀ ਕੋਟ ਦਿੱਤੀ ਸੀ ਅੰਗਰੇਜ਼ੀ ਵਿੱਚ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੇਵਲ ਆਪਣੇ ਪਿਤਾ ਜੀ ਦਾ ਬਦਲਾ ਲੈਣ ਲਈ ਹੀ ਸੰਘਰਸ਼ ਨਹੀਂ ਕੀਤਾ, ਬਲਕਿ ਸਦੀਆਂ ਤੋਂ ਦਬੇ ਕੁਚਲੇ ਲੋਕਾਂ ਦੀ ਆਜ਼ਾਦੀ ਲਈ ਸੰਘਰਸ਼ ਕੀਤਾ। ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਦਲਿਤ ਲੋਕ ਸਨ, ਕੁਚਲੇ ਦਲੇ ਹੋਏ ਲੋਕ ਸਨ, ਉਹਨਾਂ ਨਾਲ ਖਲੋਤੇ। ਔਰ ਆਪਾਂ ਮੁਗਲਾਂ ਦਾ ਇਤਿਹਾਸ ਪੜ੍ਹੀਏ ਤਾਂ ਰੋਂਗਟੇ ਖੜੇ ਹੋ ਜਾਂਦੇ ਨੇ, ਕਿਸ ਤਰ੍ਹਾਂ ਲੋਕ ਆਪਣੇ ਲੋਕਾਂ ਨਾਲ, ਆਪਣੀ ਜਨਤਾ ਨਾਲ, ਹਿੰਦੂ ਜਨਤਾ ਨਾਲ ਖਾਸ ਕਰਕੇ ਟ੍ਰੀਟ ਕਰਦੇ ਸੀ। ਤਾਂ ਪਹਿਲੀ ਗੱਲ ਇਹ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਔਰ ਸਾਰੇ ਗੁਰੂ ਸਾਹਿਬ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਉਹਨਾਂ ਨਾਲ ਖਲੋਤੇ ਜਿਹੜੇ ਦਬੇ ਕੁਚਲੇ ਲੋਕ ਸੀਗੇ, ਐਕਸਪਲੋਇਟਡ ਲੋਕ ਸੀਗੇ। ਦੂਜੀ ਗੱਲ ਹੈ ਵੀ ਜਿਸ ਤਰ੍ਹਾਂ ਭੱਟੀ ਸਾਹਿਬ ਨੇ ਆਪਣੇ ਕੋਹਲੀ ਸਾਹਿਬ ਨੇ ਦੱਸਿਆ ਕਿ ਇਤਿਹਾਸ ਜਿਹੜਾ ਹੈ ਉਹ ਤਾਂ ਸਾਡੇ ਸਿੱਧਾ ਅਸੀਂ ਲਿਖਿਆ ਹੀ ਨਹੀਂ, ਔਰ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਵੀ ਪੂਰਾ ਸਾਨੂੰ ਪਤਾ ਨਹੀਂ ਹੁਣ ਤੱਕ, ਕੰਟਰੋਵਰਸੀਆਂ ਬਹੁਤ ਹੈਗੀਆਂ। ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਇਤਿਹਾਸ ਬਾਰੇ ਵੀ ਕੋਈ ਵਿਦਵਾਨ ਕੁਝ ਕਹਿੰਦਾ, ਕੁਝ ਕਹਿੰਦਾ, ਆਪਾਂ ਇਤਿਹਾਸ ਵਿੱਚ ਨਹੀਂ ਜਾਣਾ। ਸਭ ਤੋਂ ਵੱਡੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਕਨਕਲੂਡ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੀ ਵਾਰੀ ਦੀਵਾ ਸ਼ਬਦ ਆਇਆ ਉਹ ਆਤਮਕ ਚਾਨਣ ਲਈ ਆਇਆ। ਦੀਵਾ ਬਲਿਆ ਅੰਧੇਰਾ ਜਾਏ, ਵੇਦ ਪਾਠ ਆਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜਾਂ ਗਿਆਨ ਪ੍ਰਕਾਸ਼ ਗਿਆਨ ਅਟੰਤ। ਤੋ ਦੀਵਾ ਜਿਹੜਾ ਹੈ ਹਮੇਸ਼ਾ ਆਤਮਕ ਚਾਨਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ। ਔਰ ਡਾਕਟਰ ਸਾਹਿਬ ਨੇ ਬਹੁਤ ਸੁਚੱਜੇ ਢੰਗ ਨਾਲ, ਬੜੇ ਸੋਹਣੇ ਢੰਗ ਨਾਲ ਉਹਦੀ ਵਿਆਖਿਆ ਕੀਤੀ ਹੈ, ਤੇ ਬੜੀ ਖੁਸ਼ੀ ਹੋਈ। ਮਹਾਰਾਜ ਕਿਰਪਾ ਕਰੇ ਇਸੇ ਤਰ੍ਹਾਂ ਡਾਕਟਰ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ, ਔਰ ਸਾਨੂੰ ਇਸੇ ਤਰ੍ਹਾਂ ਸੋਹਣੇ ਸੋਹਣੇ ਵਿਚਾਰ ਦਿੰਦੇ ਰਹਿਣ। ਹੁਣ ਦੀਵਾਲੀ ਨਾਲ ਤਾਂ ਜੂਏ ਵੀ ਜੁੜੇ ਹੋਏ ਨੇ, ਔਰ ਕਈ ਦੀਵਾਲੀ ਬਣਾਉਂਦੇ ਕਿ ਇਹਦਾ ਦੀਵਾਰਾ ਨਿਕਲ ਜਾਂਦਾ, ਉਹ ਕਰਤੂਤਾਂ ਲੋਕ ਜ਼ਿਆਦਾ ਕਰਦੇ ਆ। ਸੋ ਇਸ ਕਰਕੇ ਮਹਾਰਾਜ ਦੇ ਉੱਚੇ ਸੁੱਚੇ ਦਰਸ਼ਨ ਨਾਲ ਜੁੜੀਏ, ਔਰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੁਕਤ ਕਰੀਏ, ਆਪਣੇ ਆਪ ਨੂੰ ਛੁਡਾਈਏ ਬੰਦੀ ਆਪ, ਤੇ ਫਿਰ ਲੋਕਾਂ ਵਾਸਤੇ ਵੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਜਿਹੜੀ ਤੁਸੀਂ ਕਿਤਾਬ ਦਾ ਜ਼ਿਕਰ ਕੀਤਾ, ਦ ਗੋਸਪਲ ਆਫ ਗੁਰੂ ਗ੍ਰੰਥ ਸਾਹਿਬ, ਉਹ ਡੰਕਨ ਗ੍ਰੀਨਲੈਸ ਨਾਂ ਦਾ ਬੰਦਾ ਹੋਇਆ ਜਿਹਨੇ ਲਿਖੀ ਹੈ। ਡੰਕਨ ਗ੍ਰੀਨਲੈਸ, ਡੰਕਨ ਗ੍ਰੀਨਲੈਸ। ਤੇ ਉਹਦੀ ਮੇਰੇ ਕੋਲ PDF ਦੀ ਕਾਪੀ ਇੱਕ ਹੈਗੀ ਹੈ, ਅਗਰ ਕਿਸੇ ਨੂੰ ਚਾਹੀਦੀ ਹੋਵੇ ਤੇ ਮੈਂ ਉਹਨਾਂ ਨੂੰ ਈਮੇਲ ਕਰ ਸਕਦਾ। ਉਹ ਕਿਸੇ ਨੇ ਸਕੈਨ ਕਰਕੇ ਮੈਨੂੰ ਭੇਜੀ ਸੀਗੀ, ਤੇ ਕਾਫੀ ਪੁਰਾਣੀ ਕਿਤਾਬ ਹੈ। ਸੋ ਅਗਰ ਕਿਸੇ ਨੂੰ ਚਾਹੀਦੀ ਹੋਵੇ ਤਾਂ ਮੈਂ ਭੇਜ ਸਕਦਾ। ਬੜੀ ਸੋਹਣੀ ਉਹਨੇ ਲਿਖੀ ਹੈ, ਮੈਂ ਥੋੜੀ ਜਿਹੀ ਪੜ੍ਹੀ ਵੀ ਸੀਗੀ। ਤੇ ਬਟ ਐਨੀਵੇਜ਼, ਹੋਰ ਸੰਗਤ ਦੇ ਵਿੱਚੋਂ ਕੋਈ ਵੀ ਕਿਸੇ ਕਿਸਮ ਦਾ ਇਸ ਟੌਪਿਕ ਦੇ ਉੱਤੇ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦਾ, ਡਾਕਟਰ DP ਸਿੰਘ ਦਾ ਮੈਨੂੰ ਹੱਥ ਨਜ਼ਰ ਆਇਆ ਸੀਗਾ। ਡਾਕਟਰ ਸਾਹਿਬ, ਪਲੀਜ਼ ਗੋ ਅਹੈਡ ਜੀ। ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ। ਤੇ ਬੜੀ ਖੁਸ਼ੀ ਦੀ ਗੱਲ ਹੋਈ ਹੈ ਕਿ ਡਾਕਟਰ ਭੱਟੀ ਸਾਹਿਬ ਨੇ ਗੁਰੂ ਹਰਗੋਬਿੰਦ ਜੀ ਦੇ ਜੀਵਨ ਬਾਰੇ ਸਾਨੂੰ ਸਾਡੇ ਨਾਲ ਸਾਂਝ ਪਾਈ ਹੈ ਸਾਰਿਆਂ ਦੇ ਨਾਲ। ਔਰ
ਔਰ ਸਭ ਤੋਂ ਵਧੀਆ ਤੇ ਇਹ ਗੱਲ ਲੱਗੀ ਕਿ ਉਹਨਾਂ ਨੇ ਬਹੁਤ ਹੀ ਲੂਸਿਡ ਵੇ ਦੇ ਨਾਲ, ਬਹੁਤ ਹੀ ਪਿਆਰੇ ਢੰਗ ਦੇ ਨਾਲ ਸਾਰਿਆਂ ਨੂੰ, ਖਾਸ ਕਰਕੇ ਜਿੱਦਾਂ ਉਹ ਕਹਿ ਰਹੇ ਸੀ ਕਿ ਮੈਂ ਬੱਚਿਆਂ ਦੇ ਉੱਤੇ ਜ਼ਿਆਦਾ ਫੋਕਸਡ ਹਾਂ, ਤੇ ਉਹਨਾਂ ਨੂੰ ਇਹ ਸੁਨੇਹਾ ਪਹੁੰਚਾਉਣ ਦੇ ਲਈ, ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਬਹੁਤ ਹੀ ਅੱਛੇ ਢੰਗ ਨਾਲ ਉਹਨਾਂ ਦਾ ਇਹ ਸਾਰਾ ਮੈਥਡ ਜਿਹੜਾ ਬਹੁਤ ਹੀ ਅੱਛਾ ਲੱਗਿਆ। ਔਰ ਸਭ ਤੋਂ ਵਧੀਆ ਗੱਲ ਮੈਨੂੰ ਜੋ ਲੱਗੀ, ਜੋ ਟੇਕ ਅਵੇ ਹੈ ਉਹਨਾਂ ਦੇ ਲੈਕਚਰ ਤੋਂ, ਉਹਨਾਂ ਨੇ ਜਿਹੜੀ ਬੰਦੀ ਛੋੜ ਦੀ ਵਿਆਖਿਆ ਦਿੱਤੀ ਹੈ ਸਾਨੂੰ, ਕਿ ਇਹ ਬੰਦੀ ਛੋੜ ਸਿਰਫ ਦੂਸਰਿਆਂ ਨੂੰ ਜਾਂ ਜਿਹੜੇ ਕੈਦ 'ਚ ਸੀ ਉਹਨਾਂ ਨੂੰ ਰਿਹਾਈ ਦੀ ਗੱਲ ਨਹੀਂ ਹੈ, ਉਸ ਤੋਂ ਅੱਗੇ ਦੀ ਵੀ ਗੱਲ ਹੈ ਕਿ ਸਾਡੇ ਅੰਦਰ ਅਸੀਂ ਕਿਹੜੀ ਚੀਜ਼ਾਂ ਦੇ ਬੰਦੀ ਹਾਂ। ਗੁਰਬਾਣੀ ਤੋਂ ਸੇਧ ਲੈ ਕੇ ਅਸੀਂ ਉਹਨਾਂ ਚੀਜ਼ਾਂ ਤੋਂ ਮੁਕਤੀ ਪ੍ਰਾਪਤ ਕਰਨੀ ਹੈ ਜਿੱਦਾਂ ਜਿਹਨਾਂ ਨੂੰ ਅਸੀਂ 5 ਵਿਕਾਰ ਕਹਿੰਦੇ ਹਾਂ। ਤੋ ਇਹ ਬਹੁਤ ਹੀ ਅੱਛੀ ਉਹਨਾਂ ਨੇ ਮੈਸੇਜ, ਜਿਹੜਾ ਲਾਸਟ ਵਾਲਾ ਮੈਸੇਜ ਵੀ ਬਹੁਤ ਅੱਛਾ ਸੀ ਕਿ ਸਿਰਫ ਬਾਹਰ ਦਾ ਹੀ ਅਸੀਂ ਅੰਧੇਰਾ ਦੂਰ ਨਹੀਂ ਕਰਨਾ, ਅਸੀਂ ਅੰਦਰ ਦਾ ਵੀ ਅੰਧੇਰਾ ਸਾਨੂੰ ਦੂਰ ਹੋਣਾ ਚਾਹੀਦਾ ਹੈ। ਇਹਦੇ ਤੋਂ ਸਾਨੂੰ ਇਹ ਸਬਕ ਲੈਣਾ ਚਾਹੀਦਾ। ਸੋ ਮੈਂ ਵਧਾਈ ਵੀ ਦਿੰਦਾ ਡਾਕਟਰ ਸਾਹਿਬ ਨੂੰ ਕਿ ਉਹ ਇਸੇ ਤਰ੍ਹਾਂ ਸਾਨੂੰ ਸਮੇਂ-ਸਮੇਂ ਆਪਣੇ ਵਿਚਾਰਾਂ ਦੇ ਨਾਲ ਇਹ ਸਾਂਝ ਪਾਉਂਦੇ ਰਹਿਣ ਤੇ ਉਹਨਾਂ ਤੋਂ ਅਸੀਂ ਸੇਧ ਲੈ ਕੇ ਆਪਣਾ ਜੀਵਨ ਸਫਲ ਕਰ ਸਕੀਏ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ। ਤੇ ਮੈਂ ਰੈਪ ਅਪ ਕਰਨਾ ਚਾਹਾਂਗਾ ਇੱਕ ਵਾਰੀ ਫਿਰ ਪ੍ਰੋਫੈਸਰ ਡਾਕਟਰ SS ਭੱਟੀ ਦਾ ਬਹੁਤ ਧੰਨਵਾਦ ਹੈ ਜੀ। ਇਹ ਇਨਫੋਰਮੇਸ਼ਨ ਜੋ ਉਹਨਾਂ ਨੇ ਸ਼ੇਅਰ ਕੀਤੀ ਹੈ, ਜਿਸ ਤਰ੍ਹਾਂ ਆਂਟੀ ਨੇ ਵੀ ਜ਼ਿਕਰ ਕੀਤਾ ਕਿ ਇਹ ਕੁਝ ਐਸੇ ਹਿਸਟੋਰੀਕਲ ਆਸਪੈਕਟਸ ਨੇ ਜਿਹੜੇ ਸਾਨੂੰ ਪਤਾ ਤੇ ਹੁੰਦੇ ਨੇ, ਪਰ ਹਾਂ ਉਹਨਾਂ ਨੂੰ ਰਿਮਾਈਂਡ ਕਰਨ ਦੀ ਵੀ ਲੋੜ ਹੈ, ਰੀਨਿਊ ਕਰਨ ਦੀ ਵੀ ਲੋੜ ਹੈ। ਔਰ ਜਿੱਥੇ ਵੀ ਪੋਸੀਬਲ ਹੋ ਸਕੇ ਸਾਨੂੰ ਖੁਦ ਹਿਸਟਰੀ ਨੂੰ ਐਨਾਲਾਈਜ਼ ਕਰਨ ਦੀ ਲੋੜ ਹੈ ਕਿ ਸਾਡੀ ਹਿਸਟਰੀ ਹੈ ਕੀ, ਕਿਉਂਕਿ ਡਿਫਰੈਂਟ ਸੋਰਸਿਸ ਤੋਂ ਸਾਨੂੰ ਹਿਸਟਰੀ ਮਿਲਦੀ ਹੈ। ਜਿਹੜੇ ਵੀ ਕੋਈ ਰਾਜੇ, ਕੋਈ ਅਟੈਕਰਸ ਜਿਹੜੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਆਏ, ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਹਿਸਟੋਰੀਅਨ ਸੀਗੇ, ਉਹਨਾਂ ਕੋਲੋਂ ਹਿਸਟਰੀ ਕਲੈਕਟ ਕਰ ਕਰਕੇ ਜਿਹੜੀ ਹੈ ਉਹ ਸਿੱਖਾਂ ਦੀ ਹਿਸਟਰੀ ਜਿਹੜੀ ਹੈ ਉਸਨੂੰ ਕੰਪਾਈਲ ਕੀਤਾ ਗਿਆ ਹੈ। ਕੋਈ ਡੈਡੀਕੇਟਡ ਸੋਰਸ ਆਫ ਸਿੱਖ ਹਿਸਟਰੀ ਨਹੀਂ ਹੈਗੀ। ਹਾਲਾਂਕਿ ਡਾਕਟਰ ਫੌਜਾ ਸਿੰਘ ਉਹਨਾਂ ਨੇ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਲਿਖਿਆ ਹੈ ਔਰ ਉਸ ਦੇ ਵਿੱਚ ਵੀ ਇਸ ਜਿਹੜੀ ਗੁਰੂ ਸਾਹਿਬ ਦੀ ਇੰਟਰਨਮੈਂਟ ਸੀਗੀ ਜਾਂ ਉਹਨਾਂ ਨੂੰ ਉੱਥੋਂ ਰਿਲੀਜ਼ ਹੈ, ਉਸ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਤੇ ਬਟ ਚਲੋ ਆਈ ਥਿੰਕ ਇਟਸ ਅ ਗੁੱਡ ਬਿਗਿਨਿੰਗ ਕਿ ਵੀ ਹੈਵ ਅ ਪਲੇਟਫਾਰਮ ਵੀ ਜਿੱਥੇ ਅਸੀਂ ਇਕੱਠੇ ਹੋ ਸਕਦੇ ਹਾਂ। ਤੇ ਸੋ ਵਾਂਸ ਅਗੇਨ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਇਸੇ ਕੰਟੈਕਸਟ ਦੇ ਵਿੱਚ ਮੈਂ ਬੇਨਤੀ ਕਰਾਂਗਾ ਮਿਸਿਸ ਗੁਰਦੀਸ਼ ਕੌਰ ਗਰੇਵਾਲ ਨੂੰ। ਉਹਨਾਂ ਨੇ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਲਿਖੀ ਹੋਈ ਹੈ ਔਰ ਅਸੀਂ ਇਹ ਕੱਲ ਪੜ੍ਹ ਰਹੇ ਸੀਗੇ ਔਰ ਪਾਪਾ ਨੇ ਮੈਨੂੰ ਇਹ ਗੱਲ ਕਹੀ ਕਿ ਵੀ ਇਹ ਕਵਿਤਾ ਜਿਹੜੀ ਹੈ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਮੈਂ ਪੜ੍ਹਨਾ ਚਾਹੁੰਦਾ। ਤੇ ਪਰ ਮੈਨੂੰ ਉਦੋਂ ਆਂਟੀ ਦਾ ਮੈਸੇਜ ਆਇਆ ਕਿ ਵੀ ਮੈਂ ਕਵਿਤਾ ਪੜ੍ਹਨੀ ਹੈ। ਫਿਰ ਪਾਪਾ ਕਹਿੰਦੇ ਵੀ ਠੀਕ ਹੈ, ਫਿਰ ਇਹ ਆਂਟੀ ਨੂੰ ਪੜ੍ਹਨ ਦਿਓ। ਤੇ ਸੋ ਵੀ ਆਰ ਵੈਰੀ ਫੋਰਚੂਨੇਟ ਕਿ ਵੀ ਹੈਵ ਵਿਦ ਅਸ ਆਪਣਾ ਮਿਸਿਸ ਗੁਰਦੀਸ਼ ਕੌਰ ਗਰੇਵਾਲ। ਤੇ ਇਹਨਾਂ ਨੇ ਕੱਲ ਸਾਡੇ ਨਾਲ ਫਾਰਮਲੀ ਆਪਣਾ ਲੈਕਚਰ ਜਿਹੜਾ ਹੈ ਲੜੀਵਾਰ ਉਹ ਸ਼ੁਰੂ ਕਰਨਾ ਹੈ। ਤੇ ਪਰ ਅੱਜ ਜਿਹੜੀ ਇਹਨਾਂ ਨੇ ਬੁੱਕਸ ਲਿਖੀਆਂ ਨੇ ਉਹਨਾਂ ਵਿੱਚੋਂ ਇੱਕ ਜਿਹੜੀ ਕਵਿਤਾਵਾਂ ਦਾ ਕਲੈਕਸ਼ਨ ਹੈ, ਉਸ ਦੇ ਵਿੱਚ ਇਹਨਾਂ ਨੇ ਬੰਦੀ ਛੋੜ ਦਿਵਸ ਦੇ ਉੱਤੇ ਗੁਰੂ ਸਾਹਿਬ ਵਾਸਤੇ ਇੱਕ ਬਹੁਤ ਖੂਬਸੂਰਤ ਕਵਿਤਾ ਲਿਖੀ ਹੈ ਤੇ ਉਹ ਸਾਡੇ ਨਾਲ ਸਾਂਝੀ ਕਰਨਗੇ। ਤੇ ਮੈਂ ਬੇਨਤੀ ਕਰਾਂਗਾ ਮਿਸਿਸ ਗੁਰਦੀਸ਼ ਕੌਰ ਗਰੇਵਾਲ ਆਂਟੀ ਨੂੰ ਕਿ ਤੁਸੀਂ ਉਹ ਕਵਿਤਾ ਜਿਹੜੀ ਹੈ ਸਾਡੇ ਨਾਲ ਸ਼ੇਅਰ ਕਰੋ ਤੇ ਕੱਲ ਫਿਰ ਅਸੀਂ ਦੁਬਾਰਾ ਵੀ ਵਿਲ ਲੁੱਕ ਫਾਰਵਰਡ ਟੂ ਲਿਸਨਿੰਗ ਟੂ ਯੂ ਇਨ ਡਿਟੇਲ ਆਲਸੋ। ਪਲੀਜ਼ ਆਂਟੀ ਗੋ ਹੈਡ ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਤੇ ਮੈਂ ਇੱਕ ਗੱਲ ਕਹਿਣੀ ਸੀ ਕਿ ਜਿਹੜੀ ਵੀਰ ਜੀ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਅਖੀਰ ਦੇ ਵਿੱਚ ਭਾਈ ਗੁਰਦਾਸ ਦਾ ਸ਼ਬਦ ਪੜਿਆ ਤੇ ਉਹ ਸਾਰੇ ਗੁਰੂ ਘਰਾਂ ਦੇ ਵਿੱਚ ਇਸ ਦਿਨ ਤੇ ਪੜਿਆ ਜਾਂਦਾ ਤੇ ਅਸੀਂ ਪਹਿਲੀ ਲਾਈਨ ਜਿਹੜੀ ਉਹ ਤੇ ਫੋਕਸ ਕਰੀ ਜਾਂਦੇ, ਦੀਵਾਲੀ ਦੀ ਰਾਤ ਦੀਵੇ ਵਾਲੀਆਂ, ਹਨਾ। ਤੇ ਉਹ ਭਾਈ ਗੁਰਦਾਸ ਦਾ ਜਿਹੜਾ ਨਿਚੋੜ ਹੁੰਦਾ ਇਹਨਾਂ ਦੀਆਂ ਵਾਰਾਂ ਦੇ ਵਿੱਚ, ਉਹ ਲਾਸਟ ਵਾਲੀ ਲਾਈਨ 'ਚ ਕੱਢਦੇ ਆ। ਇਹਦੇ ਵਿੱਚ ਉਹਨਾਂ ਨੇ ਦੀਵਾਲੀ